ਸਤਨਾਮ ਵਾਹਿਗੁਰੂ ਸਾਹਿਬ ਜੀ। ਇਕ ਮਨ ਪੁਰਖ ਧਿਆਏ ਵਰ ਦਾਤਾ, ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਨ ਜਾਣਿਆ। ਕਵ ਕਲ ਸੁਜਸ ਗਾਵੋਂ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਆ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ, ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ। ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ। ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟਹੁ। ਕਾਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਰਹਾਉ ਬਹੁਤੇ ਫੇਰ ਪਏ ਕਿਰਪਨ ਕੋ। ਅਬ ਕਿਛ ਕਿਰਪਾ ਕੀਜੈ, ਹੋ ਦਇਆਲ ਦਰਸ਼ਨ ਦੇਹੋ ਆਪਨਾ। ਐਸੀ ਬਖਸ਼ ਕਰੀਜੈ, ਭਨਤ ਨਾਨਕ ਭਰਮ ਪਟ ਖੂਲੇ। ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ। ਸਤਿਗੁਰ ਸਿਉ ਮਨ ਮਾਨਿਆ,
ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਸੰਗਤਾਂ ਹਾਜ਼ਰ ਹੋਏ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਨਿਤਨੇਮ ਨਾਲ ਸਤਿਗੁਰੂ ਦੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਜੀ ਨੇ ਅੱਜ ਤਰੁੱਠ ਕੇ ਪਾਵਨ ਅੰਗ 666 ਉੱਪਰ ਅੱਜ ਦਾ ਜੋ ਸ਼ਬਦ ਮੁੱਖ ਵਾਕ ਰੂਪ 'ਚ ਬਖਸ਼ਿਆ ਹੈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਪਾਵਨ ਵਚਨ ਹੈ। ਇਸ ਵਚਨ ਅੰਦਰ ਉਹ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਹੇ ਵਾਹਿਗੁਰੂ, ਤੂੰ ਆਪਣੇ ਆਪ ਦਾ ਆਪ ਮਾਲਕ ਹੈ, ਤੂੰ ਸਹਿ ਭੰਗ ਹੈ, ਸੁਤੇ ਪ੍ਰਕਾਸ਼ ਹੈ। ਤੈਨੂੰ ਦਾਤ ਦੇਣ ਲੱਗਿਆਂ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ। ਬੀਓ ਪੂਛ ਨਾ ਮਸਲਤ ਕਰੈ, ਜੋ ਕਿਛ ਕਰੈ ਸੋ ਆਪੇ ਕਰੈ। ਜਦੋਂ ਸੇਵਕ ਨੂੰ ਦਾਤ ਦੇਣੀ ਹੈ, ਕੋਈ ਸੇਵਕ ਕੁਝ ਮੰਗਦਾ ਹੈ, ਉਦੋਂ ਕਿਸੇ ਵਜ਼ੀਰ ਤੋਂ ਸਲਾਹ ਨਹੀਂ ਲੈਣੀ ਪੈਂਦੀ, ਕਿਸੇ ਮੰਤਰੀ ਨੂੰ ਪੁੱਛਣਾ ਨਹੀਂ ਪੈਂਦਾ, ਕਿਸੇ ਮਹਿਕਮੇ ਦੇ ਵਿੱਚ ਫਾਈਲ ਨਹੀਂ ਭੇਜਣੀ ਪੈਂਦੀ। ਇੱਥੇ ਜੋ ਕੁਝ ਕਰਨਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮਰਜ਼ੀ ਦਾ, ਆਪਣੀਆਂ ਦਾਤਾਂ ਦਾ ਆਪ ਮਾਲਕ ਹੈ। ਜੇ ਸਰਕਾਰੇ ਦਰਬਾਰੇ ਕੁਝ ਮੰਗਣਾ ਹੈ, ਅਰਜ਼ੀ ਲਾਉਣੀ ਪੈਂਦੀ ਹੈ। ਉਹ ਮਹਿਕਮੇ ਵਿੱਚ ਵੱਖ-ਵੱਖ ਟੇਬਲਾਂ 'ਤੇ ਹੁੰਦੀ ਹੋਈ ਮਹਿਕਮੇ ਦੇ ਵੱਡੇ ਅਫਸਰ ਕੋਲ ਪਹੁੰਚਦੀ ਹੈ, ਫਿਰ ਉਹ ਮੰਤਰੀ ਕੋਲ ਭੇਜਦਾ ਹੈ, ਮੰਤਰੀ ਮੁੱਖ ਮੰਤਰੀ ਕੋਲ ਭੇਜਦਾ ਹੈ। ਕਈ ਵਾਰੀ ਜੇ ਵੱਡੇ ਲੈਵਲ ਦਾ ਕਾਰਜ ਹੋਵੇ ਤਾਂ ਮੁੱਖ ਮੰਤਰੀ ਫਿਰ ਪ੍ਰਧਾਨ ਮੰਤਰੀ ਦਫ਼ਤਰ ਭੇਜਦਾ ਹੈ। ਘੁੰਮਦੀ ਘੁਮਾਉਂਦੀ ਉਹ ਅਰਜ਼ੀ ਵਾਰ-ਵਾਰ ਤੇ ਵੱਖ-ਵੱਖ ਟੇਬਲਾਂ 'ਤੇ ਜਾਂਦੀ ਹੈ। ਆਪਣੀ ਮਰਜ਼ੀ ਦਾ ਕੋਈ ਮਾਲਕ ਨਹੀਂ ਹੁੰਦਾ। ਜੇ ਕੋਈ ਕਿਸੇ ਕੁਰਸੀ 'ਤੇ ਬੈਠਾ ਹੈ ਤਾਂ ਉਹਦੇ ਉੱਪਰ ਕੋਈ ਹੋਰ ਬੈਠਾ ਹੈ। ਪਰ ਦਾਤਾਂ ਦੇਣ ਵਾਲਾ ਦਾਤਾ ਜੋ ਸਭਨਾ ਜੀਆਂ ਕਾ ਇੱਕ ਦਾਤਾ ਹੈ, ਸਾਰੇ ਜੀਆਂ ਦਾ ਇੱਕ ਦਾਤਾ। ਇਹ ਨਹੀਂ ਵੀ ਉਹ ਇਕੱਲੇ ਪੰਜਾਬ ਦਾ ਦਾਤਾ ਹੈ ਜਾਂ ਹਿੰਦੁਸਤਾਨ ਦਾ ਦਾਤਾ ਹੈ ਜਾਂ ਜਿੱਥੇ ਇਕੱਲੇ ਸਿੱਖ ਰਹਿੰਦੇ ਆ ਉਹਨਾਂ ਦਾ ਦਾਤਾ ਹੈ। ਨਹੀਂ, ਜਿਤਨੀ ਵੀ ਸ੍ਰਿਸ਼ਟੀ ਹੈ ਉਹ ਸਾਰੀ ਉਹਨੇ ਆਪ ਸਾਜੀ ਹੈ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਆਪ ਉਹਨੇ ਪੈਦਾ ਕੀਤੀ ਹੈ ਤੇ ਆਪ ਹੀ ਸਾਰਿਆਂ ਨੂੰ ਦਾਤਾਂ ਦਿੰਦਾ, ਰਿਜ਼ਕ ਦਿੰਦਾ ਹੈ। ਸਾਰਿਆਂ ਨੂੰ ਜਿੱਥੇ ਰਿਜ਼ਕ ਦਿੰਦਾ ਹੈ ਉੱਥੇ ਫਿਰ ਬਾਰਕ ਵਾਂਗੂ ਜੇ ਕੋਈ ਸੇਵਕ, ਜੇ ਕੋਈ ਮਨੁੱਖ ਉਹਦੇ ਅੱਗੇ ਜੋਦੜੀ ਕਰਦਾ, ਮੰਗਦਾ ਹੈ ਤਾਂ ਮਨ ਵਾਂਛਤ ਵਸਤੂਆਂ ਦਿੰਦਾ ਹੈ। ਇੱਥੋਂ ਤੱਕ ਕਿ ਮਨੁੱਖ ਉਹ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਲੈ ਲੈ ਥੱਕ ਜਾਂਦਾ ਹੈ। ਉਹਦੀ ਦਿੱਤੀ ਹੋਈ ਦਾਤ ਭੋਜਨ ਖਾਂਦਾ ਖਾਂਦਾ ਦੰਦ ਨਿਕਲ ਜਾਂਦੇ ਆ, ਪਰ ਭੋਜਨ ਨਹੀਂ ਮੁੱਕਦਾ। ਮੁੱਖ ਦੇ ਵਿੱਚ
ਭੋਜਨ ਉਹ ਪਰਮੇਸ਼ਰ ਵਾਹਿਗੁਰੂ ਦਾ ਪਾਉਣ ਲਈ ਥਾਲੀ ਵਿੱਚੋਂ ਖਤਮ ਨਹੀਂ ਹੁੰਦਾ, ਪਰ ਖਾਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਸ਼ਬਦ ਉਸ ਦਾ ਖਤਮ ਨਹੀਂ ਹੁੰਦਾ, ਉਹਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ। ਸੁਣ ਸੁਣ ਕੇ ਕੰਨ ਥੱਕ ਜਾਂਦੇ ਆ। ਉਹਦੀਆਂ ਦਾਤਾਂ ਵੇਖਦਿਆਂ ਵੇਖਦਿਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ, ਪਰ ਉਹਦੀਆਂ ਦਾਤਾਂ ਨਹੀਂ ਮੁੱਕਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਂਦਾ ਦੇ ਲੈਂਦੇ ਥੱਕ ਪਾਹੇ। ਉਹ ਵਾਹਿਗੁਰੂ ਦਾਤਾਂ ਦੇ ਹੀ ਜਾ ਰਹੇ ਆ, ਪਰ ਦਾਤਾਂ ਲੈਣ ਵਾਲਾ ਜੀਵ ਆ ਜਿਹੜਾ, ਉਹ ਥੱਕ ਜਾਂਦਾ ਹੈ। ਦਾਤਾਂ ਲੈਣ ਵਾਲਾ ਜੀਵ ਜੇ ਥੱਕ ਵੀ ਜਾਂਦਾ ਹੈ, ਪਰ ਅੰਦਰਲੀ ਭੁੱਖ ਨਹੀਂ ਮਿਟਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਭਾਵੇਂ ਜੁਗਾ ਜੁਗੰਤਰ ਖਾਹੀ ਖਾਹੇ, ਜੁਗਾਂ ਜੁਗੰਤਰਾਂ ਤੱਕ ਖਾਈ ਜਾਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਮਨੁੱਖ ਦੀ ਭੁੱਖ ਐਸੀ ਹੈ, ਦੰਦ ਜਵਾਬ ਦੇ ਜਾਣਗੇ, ਪਰ ਭੁੱਖ ਨਹੀਂ ਜਵਾਬ ਦਿੰਦੀ, ਭੁੱਖ ਨਹੀਂ ਮਿਟਦੀ। ਇਹ ਧਰਤੀ ਦੇ ਪਦਾਰਥ ਤਾਂ ਛੱਡੋ, ਮਹਾਰਾਜ ਕਹਿੰਦੇ ਉਹ ਵਾਹਿਗੁਰੂ ਪੁਰੀਆਂ ਦੇ ਭਾਰ ਬੰਨ ਬੰਨ ਦੇ ਦੇਵੇ ਪਦਾਰਥ, ਪਰ ਇਹ ਜੀਵ ਫਿਰ ਵੀ ਨਹੀਂ ਰੱਜਦਾ, ਇਹ ਫਿਰ ਵੀ ਮੰਗਦਾ ਹੀ ਰਹਿੰਦਾ ਹੈ। ਅੱਜ ਇਸ ਸ਼ਬਦ ਦੁਆਰਾ ਸਤਿਗੁਰੂ ਜੀ ਨੇ ਦਾਤੇ ਤੇ ਮੰਗਤੇ ਦੀ ਗੱਲ ਕੀਤੀ ਹੈ। ਸਿੱਖ ਨੂੰ ਦੱਸਿਆ ਵੀ ਜੇ ਮੰਗਣਾ ਹੀ ਹੈ ਤਾਂ ਮੰਗਣਾ ਕੀ ਆ। ਅਸੀਂ ਜਦੋਂ ਮੰਗਦੇ ਆ ਰੱਬ ਤੋਂ, ਕਦੇ ਅਸੀਂ ਰੱਬ ਨਹੀਂ ਮੰਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਕਦੇ ਇਹ ਨਹੀਂ ਕਿਹਾ, ਸਤਿਗੁਰੂ ਜੀ ਕਿਰਪਾ ਕਰੋ ਨਾਮ ਦਿਓ। ਕਦੇ ਇਹ ਨਹੀਂ ਮੰਗਿਆ ਕਿ ਮਹਾਰਾਜ ਕਿਰਪਾ ਕਰੋ ਆਪਣੇ ਸਰੂਪ ਦਾ ਦਰਸ਼ਨ ਬਖਸ਼ੋ। ਕਿਤੇ ਇਹ ਨਹੀਂ ਕਿਹਾ ਮਹਾਰਾਜ ਕਿਰਪਾ ਕਰੋ ਮੇਰੀ ਲਿਵ ਲਾ ਦਿਓ, ਕਿਉਂਕਿ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਹੋ ਚੁੱਕੀ ਹੈ ਸੱਚੀ ਲਿਵ ਤੋਂ ਬਿਨਾਂ। ਅਸੀਂ ਕਦੇ ਲਿਵ ਨਹੀਂ ਮੰਗੀ, ਕਦੇ ਇਹ ਨਹੀਂ ਮੰਗਿਆ ਮਹਾਰਾਜ ਬਾਣੀ ਪੜ੍ਹ ਰਹੇ ਹਾਂ ਰਸ ਨਹੀਂ ਆ ਰਿਹਾ, ਸਾਨੂੰ ਰਸ ਬਖਸ਼ ਦਿਓ। ਕਦੇ ਇਹ ਨਹੀਂ ਮੰਗਿਆ ਮਹਾਰਾਜ ਸੁਰਤ ਜੋੜ ਦਿਓ ਸਾਡੀ। ਕਦੇ ਇਹ ਨਹੀਂ ਮੰਗਿਆ ਮਹਾਰਾਜ ਅਸੀਂ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਮਹਾਰਾਜ ਕਹੈ ਕਬੀਰ ਸੁਨੋ ਰੇ ਸੰਤੋ, ਖੇਤੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਾਓ ਜਲ ਫੇਰਾ। ਮਹਾਰਾਜ 84 ਦੇ ਗੇੜੇ ਕੱਟਦਿਆਂ ਕੱਟਦਿਆਂ ਥੱਕ ਚੁੱਕਿਆ, ਤੁਹਾਡੀ ਸ਼ਰਨ ਚ ਆ। ਕਿਰਪਾ ਕਰੋ 84 ਕੱਟ ਦਿਓ, ਜੰਮਣ ਮਰਨ ਕੱਟ ਦਿਓ। ਜੰਮਣ ਮਰਨ ਕੱਟਣ ਦੀ ਕਦੇ ਅਰਦਾਸ ਕੀਤੀ ਹੈ? ਬਿਰਲੇ ਭਾਗਾਂ ਵਾਲੇ ਆ ਜਿਹੜੇ ਅਰਦਾਸਾਂ ਕਰਦੇ ਆ, ਨਹੀਂ ਤਾਂ ਸਾਡੀਆਂ ਅਰਦਾਸਾਂ ਸੰਸਾਰੀ ਨੇ। ਮੰਗਣਾ ਗੁਰੂ ਤੋਂ ਹੀ ਹੈ, ਪਰ ਇਹ ਨਾ ਹੋਵੇ ਸਾਰੀ ਉਮਰ ਬੀਤ ਜਾਵੇ, ਸਾਰੇ ਸਵਾਸ ਮੁੱਕ ਜਾਣ ਤੇ ਸੰਸਾਰੀ ਦਾਤਾ ਹੀ ਮੰਗਦੇ ਰਹਿ ਜਾਈਏ। ਆਪਣੇ ਲਈ, ਧੀਆਂ ਪੁੱਤਰਾਂ ਲਈ, ਘਰ ਲਈ। ਪਹਿਲਾਂ ਮਕਾਨ ਨਹੀਂ ਸੀ, ਮਕਾਨ ਮੰਗਿਆ, ਫਿਰ ਮਕਾਨ ਬਣ ਗਿਆ, ਫਿਰ ਗੁਆਂਢੀਆਂ ਦਾ ਮਕਾਨ ਵੱਡਾ ਹੈ, ਰਿਸ਼ਤੇਦਾਰਾਂ ਦਾ ਮਕਾਨ ਵੱਡਾ ਹੈ, ਫਿਰ ਹੋਰ ਅਰਦਾਸਾਂ ਮਹਾਰਾਜ ਵੱਡਾ ਘਰ ਬਖਸ਼ੋ। ਪਹਿਲਾਂ ਮੋਟਰਸਾਈਕਲ ਨਹੀਂ ਸੀ, ਸਕੂਟਰ ਨਹੀਂ ਸੀ, ਉਹਦੀਆਂ ਅਰਦਾਸਾਂ ਸੀ। ਜਦੋਂ ਉਹ ਮਿਲ ਗਿਆ ਫਿਰ ਕਾਰ ਦੀਆਂ ਅਰਦਾਸਾਂ। ਜਦੋਂ ਕਾਰ ਮਿਲ ਗਈ ਫਿਰ ਅਰਦਾਸਾਂ, ਮਹਾਰਾਜ ਫਲਾਣੇ ਕੋਲ ਵੱਡੀ ਕਾਰ ਹੈ, ਮੇਰੇ ਕੋਲ ਵੱਡੀ ਕਾਰ ਨਹੀਂ, ਮੈਨੂੰ ਵੱਡੀ ਕਾਰ ਬਖਸ਼ੋ। ਇਸੇ ਤਰ੍ਹਾਂ ਦੀਆਂ ਮੰਗਾਂ ਮਨੁੱਖ ਦੀਆਂ ਮੁੱਕਦੀਆਂ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਮੰਗੈ ਤੋ ਮੰਗਹਿ ਬੀਆ। ਜਦੋਂ ਗੁਰੂ ਤੋਂ ਮੰਗਦਾ ਹੈ, ਰੱਬ ਤੋਂ ਮੰਗਦਾ ਹੈ, ਤਾਂ ਰੱਬ ਤੋਂ ਬਿਨਾਂ ਹੋਰ ਸਭ ਕੁਝ ਮੰਗਦਾ, ਰੱਬ ਨਹੀਂ ਮੰਗਦਾ। ਕਦੇ ਨਹੀਂ ਮੰਗਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਮੈਨੂੰ ਆਪਣਾ ਸਹਿਜ ਪਾਠ ਬਖਸ਼ ਦਿਓ, ਮਹਾਰਾਜ ਮੈਨੂੰ ਆਪਣਾ ਨਿਤਨੇਮ ਬਖਸ਼ ਦਿਓ। ਕਦੇ ਅੰਮ੍ਰਿਤ ਵੇਲਾ ਮੰਗਿਆ? ਸਾਨੂੰ ਮੰਗਣਾ ਨਹੀਂ ਆਉਂਦਾ, ਅਸੀਂ ਭਿਖਾਰੀ ਹਾਂ। ਅਸੀਂ ਜਿਤਨੇ ਜੀਵ ਹਾਂ ਸਾਰੇ ਭਿਖਾਰੀ ਹਾਂ, ਪਰ ਅਸੀਂ ਭਿਖਾਰੀ ਉਹਨਾਂ ਨੂੰ ਸਮਝਦੇ ਹਾਂ ਜਿਹੜੇ ਸੜਕਾਂ 'ਤੇ ਖਲੋਤੇ ਆ,
ਜਿਹੜੇ ਸੜਕਾਂ 'ਤੇ ਖਲੋਤੇ ਕਿਸੇ ਤੋਂ 5 ਰੁਪਏ ਮੰਗਦੇ ਆ, ਕਿਸੇ ਤੋਂ 10 ਮੰਗਦੇ ਆ, ਅਸੀਂ ਉਹਨਾਂ ਨੂੰ ਭਿਖਾਰੀ ਕਹਿੰਦੇ ਆ। ਹਾਂ, ਉਹ ਭਿਖਾਰੀ ਨੇ, ਪਰ ਉਹ ਤਾਂ ਬਹੁਤ ਛੋਟੇ ਭਿਖਾਰੀ ਆ। ਉਹ ਤਾਂ ਉਸ ਰੱਬ ਦੇ ਭਿਖਾਰੀਆਂ ਕੋਲੋਂ ਭਿੱਖਿਆ ਮੰਗ ਰਹੇ ਆ, ਉਹਨਾਂ ਤੋਂ ਭਿੱਖਿਆ ਮੰਗ ਰਹੇ ਆ ਜਿਹੜੇ ਆਪ ਵੱਡੇ ਭਿਖਾਰੀ ਆ। ਜਿਵੇਂ ਕੋਈ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਖੇਡਦਾ ਆਪਣੀ ਫੌਜ ਨਾਲੋਂ ਵੱਖਰਾ ਹੋ ਗਿਆ, ਬੜਾ ਅਗਾਂਹ ਲੰਘ ਗਿਆ ਜੰਗਲ 'ਚ, ਬੜੀ ਪਿਆਸ ਲੱਗੀ, ਕਹਿੰਦੇ ਉਹਨੂੰ ਲੱਕੜਹਾਰਾ ਮਿਲਿਆ। ਲੱਕੜਹਾਰੇ ਨੇ ਪਾਣੀ ਪਿਲਾ ਦਿੱਤਾ, ਰਾਜਾ ਬੜਾ ਖੁਸ਼ ਹੋਇਆ। ਰਾਜੇ ਨੇ ਆਪਣੀ ਸਾਂਪ ਜੋ ਮੋਹਰ ਸੀਗੀ ਉਹ ਨਿਸ਼ਾਨੀ ਵਜੋਂ ਦੇ ਦਿੱਤੀ, ਕਹਿਣ ਲੱਗਾ ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੂੰ ਮੇਰੇ ਮਹਿਲ ਵਿੱਚ ਨਿਸ਼ਾਨੀ ਦਿਖਾ ਕੇ ਮੈਨੂੰ ਮਿਲ ਪਵੀਂ। ਉਹ ਲੱਕੜਹਾਰਾ ਬੜਾ ਪ੍ਰਸੰਨ ਹੋਇਆ। ਘਰੇ ਆ ਕੇ ਉਹਨੇ ਘਰਵਾਲੀ ਨੂੰ ਦਿਖਾਇਆ ਵੀ ਦੇਖ, ਰਾਜੇ ਨੇ ਮੈਨੂੰ ਮੋਹਰ ਦਿੱਤੀ ਆ, ਮੈਂ ਜੋ ਚਾਹਾਂ ਸੋ ਮੰਗ ਸਕਦਾ। ਉਹ ਘਰਵਾਲੀ ਬੜੀ ਪ੍ਰਸੰਨ ਹੋਈ, ਕਹਿਣ ਲੱਗੀ ਜਾ ਆਪਣੇ ਘਰ 'ਚ ਤਾਂ ਗਰੀਬੀ ਆ, ਜਾ ਰਾਜੇ ਤੋਂ ਮੰਗ। ਫਿਰ ਜਦੋਂ ਗਿਆ ਮੋਹਰ ਦਿਖਾ ਕੇ ਸਿਪਾਹੀ ਨੂੰ ਮਹਿਲ ਦੇ ਅੰਦਰ ਚਲਿਆ ਗਿਆ। ਮਹਿਲ ਦੇ ਅੰਦਰ ਜਾ ਕੇ ਪੁੱਛਦਾ ਵੀ ਰਾਜਾ ਕਿੱਥੇ ਹੈ, ਮੈਂ ਰਾਜੇ ਨੂੰ ਮਿਲਣਾ ਹੈ। ਜਦੋਂ ਸਿਪਾਹੀ ਰਾਜੇ ਵੱਲ ਲੈ ਕੇ ਜਾਂਦੇ ਆ, ਪੁੱਛਦਾ ਕਿੱਥੇ ਹੈ ਰਾਜਾ, ਤਾਂ ਉਹ ਦੱਸਦੇ ਕਹਿੰਦੇ ਵੀ ਮੰਦਿਰ ਦੇ ਵਿੱਚ ਭਗਵਾਨ ਅੱਗੇ ਮੰਗ ਰਿਹਾ। ਕਹਿੰਦਾ ਕੀ ਤੋਂ ਮੰਗ ਰਿਹਾ? ਕਹਿੰਦਾ ਭਗਵਾਨ ਤੋਂ। ਇੱਕਦਮ ਮਨ ਦੇ ਵਿੱਚ ਐਸੀ ਚੋਟ ਲੱਗੀ, ਸੁਰਤ ਜਾਗ ਪਈ, ਕਹਿਣ ਲੱਗਿਆ ਰਾਜਾ ਤਾਂ ਮੰਗਤਾ। ਫਿਰ ਮਨ ਵਿੱਚ ਆਇਆ, ਸੋਚਦਾ ਵੀ ਦੇਖਦੇ ਆ ਕੀ ਮੰਗਦਾ। ਪਿੱਛੇ ਜਾ ਕੇ ਰਾਜੇ ਦੇ ਖਲੋ ਜਾਂਦਾ। ਰਾਜਾ ਅਰਦਾਸਾਂ ਕਰ ਰਿਹਾ ਵੀ ਹੇ ਅਕਾਲ ਪੁਰਖ, ਕਿਰਪਾ ਕਰ, ਮੇਰੇ ਰਾਜ ਦੀਆਂ ਹੱਦਾਂ ਵਧਾ, ਮੇਰੇ ਰਾਜ ਵਿੱਚ ਸ਼ਾਂਤੀ ਬਖਸ਼, ਮੈਨੂੰ ਖਜ਼ਾਨੇ ਬਖਸ਼। ਅਰਦਾਸ ਕਰਕੇ ਜਦੋਂ ਰਾਜਾ ਹਟਦਾ ਹੈ ਤੇ ਪਿੱਛੇ ਵੇਖਦਾ ਹੈ, ਉਹ ਲੱਕੜਹਾਰੇ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਵੀ ਤਾਂ ਮੇਰੀ ਜਾਨ ਬਚਾਈ ਆ, ਪਿਆਸੇ ਨੂੰ ਮੈਨੂੰ ਪਾਣੀ ਪਿਆਇਆ ਸੀ। ਕਹਿਣ ਲੱਗਿਆ ਵੀ ਮੈਂ ਤੇਰੇ ਤੇ ਪ੍ਰਸੰਨ ਆ, ਮੰਗ ਕੀ ਮੰਗਦਾ ਹੈ? ਉਹ ਲੱਕੜਹਾਰਾ ਕਹਿਣ ਲੱਗਿਆ ਰਾਜਨ, ਆਇਆ ਤਾਂ ਮੈਂ ਤੇਰੇ ਕੋਲ ਮੰਗਣੀ ਸੀ, ਪਰ ਮੈਂ ਵੇਖ ਕੇ ਹੈਰਾਨ ਹੋ ਗਿਆ, ਤੂੰ ਤਾਂ ਮੇਰੇ ਨਾਲੋਂ ਵੀ ਵੱਡਾ ਮੰਗਤਾ ਹੈ। ਮੈਂ ਤਾਂ ਥੋੜ੍ਹੀਆਂ ਵਸਤੂਆਂ, ਛੋਟੀਆਂ ਵਸਤੂਆਂ ਲੈਣ ਆਇਆ ਸੀ, ਤੂੰ ਤਾਂ ਬੜਾ ਵੱਡਾ ਮੰਗਤਾ ਹੈ। ਮੰਗਤੇ ਤੋਂ ਕੀ ਮੰਗਣਾ ਰਾਜਨ, ਜੀ ਤੋਂ ਤੂੰ ਮੰਗ ਰਿਹਾ ਉਹ ਤੋਂ ਮੰਗਾਂਗਾ ਮੈਂ ਤਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਾਂ ਨੂੰ ਸ਼ੇਰ ਵਾਲੀ ਦ੍ਰਿਸ਼ਟੀ ਧਾਰਨ ਦਾ ਹੁਕਮ ਕੀਤਾ, ਪਰ ਅਸੀਂ ਕੁੱਤੇ ਵਾਲੀ ਦ੍ਰਿਸ਼ਟੀ ਧਾਰ ਲੈਂਦੇ ਹਾਂ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਨੇ ਉਦਾਹਰਨ ਦਿੱਤੀ ਹੈ, ਕੂਕੜ ਦ੍ਰਿਸ਼ਟ ਨਾ ਕਬਹੂ ਮਨ ਧਰਨੀ, ਸ਼ੇਰ ਦ੍ਰਿਸ਼ਟ ਹੋਇਆ ਗੁਰਮੁਖ ਵਰਣੀ। ਕਹਿੰਦੇ ਸਿੱਖ ਨੇ ਕੁੱਤੇ ਵਾਲੀ ਦ੍ਰਿਸ਼ਟੀ ਨਹੀਂ ਧਾਰਨੀ, ਸ਼ੇਰ ਵਾਲੀ ਧਾਰਨੀ ਆ। ਜਿਹੜਾ ਕੁੱਤਾ ਗਾ, ਜੇ ਕੁੱਤੇ ਦੇ ਸੋਟੀ ਮਾਰੋ ਗੁਰਸੰਗਾ ਜੀ, ਉਹ ਸੋਟੀ ਮਾਰਨ ਵਾਲੇ ਵੱਲ ਨਹੀਂ ਪੈਂਦਾ, ਉਹ ਸੋਟੀ ਵੱਲ ਪੈਂਦਾ। ਸੋਟੀ ਦੇ ਕਿਨਾਰੇ ਨੂੰ, ਸੋਟੀ ਦੇ ਸਿਰੇ ਨੂੰ ਕੁੱਤਾ ਮੂੰਹ ਮਾਰੀ ਜਾਊਗਾ। ਪਰ ਜੇ ਸ਼ੇਰ ਤੇ ਕੋਈ ਵਾਰ ਕਰਦਾ ਹੈ, ਉਹ ਜਿਹੜੀ ਚੀਜ਼ ਨਾਲ, ਤਲਵਾਰ ਨਾਲ, ਭਾਲੇ ਨਾਲ, ਬਰਛੇ ਨਾਲ, ਬਰਛੀ ਨਾਲ, ਜਿਸ ਵੀ ਚੀਜ਼ ਨਾਲ ਵਾਰ ਕੀਤਾ ਜਾ ਰਿਹਾ, ਸ਼ੇਰ ਉਹਦੇ ਦੇ ਤੇ ਨਹੀਂ ਹਮਲਾ ਕਰਦਾ, ਹਮਲਾ ਕਰਨ ਵਾਲੇ ਦੀ ਸਿੱਧੀ ਗਰਦਨ ਤੇ ਪੈਂਦਾ, ਗਰਦਨ ਤੇ ਪੰਜੇ ਮਾਰਦਾ। ਗੁਰਸਿੱਖ ਦੀ ਦ੍ਰਿਸ਼ਟੀ ਸ਼ੇਰ ਵਾਲੀ ਹੋਣੀ ਚਾਹੀਦੀ ਹੈ, ਕੁੱਤੇ ਵਾਲੀ ਨਹੀਂ। ਦਾਤ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ, ਨਾ ਕਿ ਜਿਹੜੇ ਉਹਦੇ ਵੱਡੇ ਭਿਖਾਰੀ ਆ ਉਹਨਾਂ ਦੇ ਨਾਲ ਜੋੜਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ 'ਚ ਕਿਹਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਹੇ ਵਾਹਿਗੁਰੂ, ਤੂੰ ਦਾਨ ਦੇਣ ਦੀ ਮੱਤ ਵਿੱਚ ਪੂਰਾ ਹੈ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਮੈਂ ਕਿਆ ਮੰਗੋ ਕਿਸ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੇ ਵਾਹਿਗੁਰੂ ਜੀ, ਅਸਾਂ ਨੂੰ ਮੰਗਣਾ ਨਹੀਂ ਆਉਂਦਾ,
ਗੁਰੂ ਨਾਨਕ ਸਾਹਿਬ ਪ੍ਰਸੰਨ ਹੋਏ ਸੀ ਮਰਦਾਨੇ ਤੇ, ਪੁੱਛਿਆ, ਮਰਦਾਨਿਆ ਮੰਗ ਜੋ ਮੰਗਦਾ ਹੈ, ਜੋ 32 ਦੰਦਾਂ ਚੋਂ ਮੰਗੇਗਾ, ਅਕਾਲ ਪੁਰਖ ਤੋਂ ਕਰਤਾਰ ਤੋਂ ਤੈਨੂੰ ਦਬਾਵਾਂਗੇ। ਹਜੇ ਮਰਦਾਨਾ ਮੰਗਣੇ ਲੱਗਿਆ, ਮਹਾਰਾਜ ਕਹਿੰਦੇ ਮਰਦਾਨਿਆ ਰੁਕ ਜਾ, ਤੂੰ ਕੋਈ ਐਸੀ ਚੀਜ਼ ਮੰਗ ਲਵੇਂਗਾ ਜਿਹੜੀ ਨਾਸਵਾਨ ਹੋਵੇਗੀ। ਅਸੀਂ ਤੈਨੂੰ ਐਸੀ ਦਾਤ ਦਿੰਨੇ ਆ ਜਿਹੜੀ ਜੁਗਾਂ ਜੁਗਾਂਤਰਾਂ ਤੱਕ ਰਵੇਗੀ। ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਲੈ ਤੇਰੀ ਝੋਲੀ 'ਚ ਅਸੀਂ ਪ੍ਰਭੂ ਦੀ ਸਿਫਤ ਕੀਰਤਨ ਪਾਉਨੇ ਆ। ਭਾਈ ਮਰਦਾਨਾ ਜੀ ਨੂੰ ਕੀਰਤਨ ਦੀ ਦਾਤ ਦਿੱਤੀ। ਮਰਦਾਨਿਆਂ, ਲੈ ਕੀਰਤਨ ਦੀ ਦਾਤ, ਇਹ ਤੇਰੀਆਂ ਕੁਲਾਂ ਤੱਕ ਇਹ ਬਖਸ਼ਿਸ਼ ਰਵੇਗੀ। ਜਦੋਂ ਤੱਕ ਧਰਤੀ ਰਵੇਗੀ, ਕੀਰਤਨ ਦੀ ਦਾਤ ਤੇਰੀ ਝੋਲੀ 'ਚ ਪਈ ਰਵੇਗੀ। ਇਹ ਮੁੱਕਣ ਵਾਲੀ ਨਹੀਂ ਹੈ, ਐਸੀ ਦਾਤ ਹੈ। ਦਾਨ ਦੇਣ ਦੀ ਮੱਤ ਵਿੱਚ ਸਤਿਗੁਰੂ ਪੂਰੇ ਹੈ। ਸਤਿਗੁਰੂ ਨੂੰ ਪਤਾ ਹੈ ਵੀ ਕੀ ਦੇਣਾ ਸੇਵਕ ਨੂੰ। ਜਿਵੇਂ ਕੋਈ ਬੱਚਾ ਮਾਪਿਆਂ ਤੋਂ ਮੰਗਦਾ ਹੈ, ਬੱਚਾ ਕਹਿੰਦਾ ਵੀ ਮੈਂ ਭਾਵੇਂ ਹਜੇ ਉਮਰ ਛੋਟੀ ਹੈ ਤੇ ਕਹਿੰਦਾ ਮੈਂ ਬੁਲਟ ਮੋਟਰਸਾਈਕਲ ਲੈਣਾ ਹੈ। ਮਾਪੇ ਜਾਣਦੇ ਆ ਵੀ ਹਜੇ ਉਹਨਾਂ ਇਹਦਾ ਭਾਰ ਨਹੀਂ ਜਿੰਨਾ ਇਹ ਮੋਟਰਸਾਈਕਲ ਮੰਗ ਰਿਹਾ। ਜੇ ਇਹਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ, ਇਹਨੇ ਆਪਣੀ ਲੱਤ ਤੁੜਾ ਲੈਣੀ ਆ। ਕਈ ਵਾਰੀ ਛੋਟੀ ਉਮਰੇ ਬੱਚੇ ਮੋਬਾਈਲ ਮੰਗਦੇ ਆ, ਮਾਪੇ ਕਹਿੰਦੇ ਆ ਵੀ ਤੂੰ ਹਜੇ 10th ਕਲਾਸ 'ਚ ਹੋ ਜਾ, 11th 'ਚ ਹੋ ਜਾ, ਉਦੋਂ ਤੈਨੂੰ ਮੋਬਾਈਲ ਲੈ ਦੇਵਾਂਗੇ, ਹਜੇ ਤੂੰ ਮੋਬਾਈਲ ਦੇ ਯੋਗ ਨਹੀਂ ਹੈ। ਮਾਪਿਆਂ ਨੂੰ ਪਤਾ ਹੁੰਦਾ ਵੀ ਬੱਚਾ ਕਿਹੜੀ ਵਸਤੂ ਦੇ ਯੋਗ ਆ, ਕਿਹੜੀ ਦੇ ਨਹੀਂ। ਅਸੀਂ ਅਰਦਾਸਾਂ ਕਰਦੇ ਹਾਂ, ਕਈ ਵਾਰੀ ਅਰਦਾਸ ਪੂਰੀ ਨਹੀਂ ਹੁੰਦੀ। ਸਾਡੀਆਂ ਅਰਦਾਸਾਂ ਨੇ ਮਹਾਰਾਜ ਕੈਨੇਡਾ ਦੀ PR ਮਿਲ ਜੇ, ਕੈਨੇਡਾ ਦਾ ਵੀਜ਼ਾ ਮਿਲ ਜੇ, ਆਈਲੈਟਸ ਦੇ ਬੈਂਡ ਆ ਜਾਣ। ਅੱਜ ਦੀਆਂ ਗੁਰਸੰਗਤ ਜੀ 100 ਦੇ ਵਿੱਚੋਂ 60-70% ਅਰਦਾਸਾਂ ਬਾਹਰ ਦੀਆਂ ਨੇ। ਜੇ ਬਾਹਰ ਚਲੇ ਗਏ ਤਾਂ ਉੱਥੇ ਕੰਮ ਮਿਲ ਜੇ, PR ਮਿਲ ਜੇ। ਸਾਰੀ ਉਮਰ ਇਹੋ ਹੀ ਅਰਦਾਸਾਂ ਨੇ। ਜਿਵੇਂ ਸਤਿਗੁਰੂ 6ਵੇਂ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਆਪਾਂ ਕੱਲ੍ਹ ਮਨਾਇਆ, ਦਲ ਭੰਜਨ ਗੁਰ ਸੂਰਮਾ ਬੜ ਜੋਧੇ ਬਹੁ ਪਰਉਪਕਾਰੀ ਸਤਿਗੁਰੂ ਤੇ ਜਦੋਂ ਦੂਸਰਾ ਹਮਲਾ ਹੋਇਆ, ਹਰਗੋਬਿੰਦਪੁਰੇ ਦਾ ਜੰਗ ਮੇਰੀ ਪੀਰੇ ਦੇ ਮਾਲਕ ਨੇ ਕੀਤਾ ਹੈ। ਸਵੇਰੇ ਜੰਗ ਪ੍ਰਾਰੰਭ ਹੋਇਆ, 15,000 ਫੌਜ ਚੜ੍ਹ ਕੇ ਆਈ ਸੀ। ਮਹਾਰਾਜ ਨੇ ਸੂਰਜ ਛਿਪਦਿਆਂ ਤੱਕ ਮਾਰ ਕੇ ਜੰਗ ਫਤਿਹ ਕੀਤਾ, ਜੰਗ ਜਿੱਤ ਲਿਆ। ਮਹਾਰਾਜ ਜੰਗ ਜਿੱਤ ਕੇ ਸੰਧਿਆ ਵੇਲੇ ਦੀਵਾਨ ਸਜਾਇਆ ਉੱਥੇ ਜੰਗ ਵਾਲੇ ਮੈਦਾਨ ਦੇ ਵਿੱਚ ਹੀ। ਉੱਥੇ ਸਜੇ ਹੋਏ ਦੀਵਾਨ ਵਿੱਚ ਸਾਰੇ ਸਿੱਖ ਮਹਾਰਾਜ ਦੀ ਹਜ਼ੂਰੀ ਵਿੱਚ ਸਜੇ ਹੋਏ ਆ। ਮਹਾਰਾਜ ਨੇ ਕਿਹਾ ਕੋਈ ਸਿੱਖ ਮੇਰਾ ਹੈ ਜਿਹੜਾ ਸੁੱਧ ਜਪਜੀ ਦਾ ਪਾਠ ਸੁਣਾਵੇ, ਜਿਹੜਾ ਸੁੱਧ ਜਪਜੀ ਦਾ ਪਾਠ ਸੁਣਾਵੇਗਾ, ਜੋ ਮੰਗੇਗਾ ਉਹਨੂੰ ਦੇਵਾਂਗੇ। ਸਾਰੇ ਸਿੱਖ ਜਪਜੀ ਦਾ ਪਾਠ ਕਰਦੇ ਨੇ, ਜਵਾਨੀ ਯਾਦ ਹੈ, ਪਰ ਮਨ ਵਿੱਚ ਸੋਚਦੇ ਆ ਵੀ ਜੇ ਗਲਤੀ ਹੋ ਗਈ ਸਤਿਗੁਰੂ ਦੀ ਕਿਤੇ ਨਾਰਾਜ਼ਗੀ ਨਾ ਹੋ ਜਾਵੇ। ਇੱਕ ਸਿੱਖ ਉੱਠਿਆ, ਹਾਫਜ਼ਾਬਾਦ ਦੇ ਰਹਿਣ ਵਾਲਾ ਭਾਈ ਗੋਪਾਲ, ਜਿਹਨੂੰ ਇਤਿਹਾਸ ਵਿੱਚ ਗੋਪਾਲਾ ਵੀ ਕਹਿੰਦੇ ਆ। ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਗਿਆ ਦਿਓ। ਜੇ ਮੈਨੂੰ ਆਗਿਆ ਦੇਵੋ ਸੱਚੇ ਪਾਤਸ਼ਾਹ, ਮੈਂ ਜਪਜੀ ਦਾ ਪਾਠ ਸੁਣਾਵਾਂ। ਮਹਾਰਾਜ ਕਹਿਣ ਲੱਗੇ ਆ ਭਾਈ ਤੂੰ ਜਪਜੀ ਸਾਹਿਬ ਦਾ ਪਾਠ ਸੁਣਾ, ਜੇ ਸੁੱਧ ਸੁਣਾ ਦਿੱਤਾ ਜਵਾਨੀ ਤਾਂ ਜੋ ਮੰਗੇਗਾ ਤੈਨੂੰ ਦੇਵਾਂਗੇ। ਮਹਾਰਾਜ ਨੇ ਆਪਣੇ ਨਾਲੋਂ ਉੱਚਾ ਆਸਣ ਦਿੱਤਾ ਹੈ। ਇੱਥੋਂ ਸਿੱਖਣ ਵਾਲੀ ਗੱਲ ਹੈ, ਗੁਰਬਾਣੀ ਦਾ ਸਤਿਗੁਰੂ ਕਿੱਡਾ ਸਤਿਕਾਰ ਕਰਦੇ ਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੋ ਗੁਰੂ ਕਹਿੰਦਾ ਜੇ ਸਿੱਖ ਮੰਨ ਲਵੇ, ਗੁਰੂ ਪ੍ਰਤੱਖ ਕਲਾ ਪ੍ਰਤੱਖ ਕੌਤਕ ਵਰਤਾਉਂਦਾ। ਬਾਣੀ ਗੁਰੂ ਰੂਪ ਹੈ। ਗੁਰੂ ਸਾਹਿਬ ਪ੍ਰਤੱਖ ਗੱਦੀ ਤੇ ਬੈਠੇ ਹੁੰਦਿਆਂ ਹੋਇਆਂ ਭਾਈ ਗੋਪਾਲੇ ਨੂੰ ਗੁਰਬਾਣੀ ਸੁਣਾਉਣ ਕਰਕੇ ਗੁਰਬਾਣੀ ਦੇ ਸਤਿਕਾਰ ਵਜੋਂ ਆਪਣੇ ਤੋਂ ਉੱਚੀ ਥਾਂ ਮਹਾਰਾਜ ਨੇ ਬਿਠਾਇਆ ਹੈ। ਤੇ ਜਦੋਂ ਭਾਈ ਗੋਪਾਲਾ ਜਪਜੀ ਸਾਹਿਬ ਸੁਣਾਉਣ ਲੱਗਿਆ, ਇੱਕ ਓੰਕਾਰ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਜਪਜੀ ਸਾਹਿਬ ਸੁਣਾ ਰਿਹਾ। ਪੜ੍ਹਦਿਆਂ ਪੜ੍ਹਦਿਆਂ ਪੁੱਜਿਆ ਸੁਣਿਆ, ਸਿੱਧ ਪੀਰ ਸੁਰਨਾਥ
ਸੁਣਿਆ ਧਰਤ ਅਵਲਿ ਆਕਾਸ, ਪੜ੍ਹਦਿਆਂ ਪੜ੍ਹਦਿਆਂ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਾ ਪਿੱਛਾ ਪਛਤਾਏ। ਹੌਲੀ ਹੌਲੀ ਪੜ੍ਹਦਿਆਂ ਪੜ੍ਹਦਿਆਂ ਗੁਰਸੰਗਾ ਜੀ ਅਸੰਖ ਜਾਪ ਸੰਖ ਭਾਉ। ਇਹ ਸਾਰੀਆਂ ਪੌੜੀਆਂ ਪੜ੍ਹਦਿਆਂ ਪੜ੍ਹਦਿਆਂ ਸੋਦਰ ਵਾਲੀ ਪੌੜੀ ਤੇ ਪਹੁੰਚਿਆ ਗਾ। ਜਦੋਂ ਸੋਦਰ ਕੇਹਾ ਸੋ ਘਰ ਕੇਹਾ ਇਹ ਪੌੜੀ ਪੜ੍ਹਨ ਲੱਗਿਆ, ਮਹਾਰਾਜ ਮਨ ਵਿੱਚ ਵਿਚਾਰਦੇ ਆ ਵੀ ਸਿੱਖ ਬਿਲਕੁਲ ਸੁੱਧ ਬਾਣੀ ਪੜ੍ਹ ਰਿਹਾ ਹੈ। ਇਹ ਸਿੱਖ ਨੂੰ ਬਾਣੀ ਪੜ੍ਹਨ ਬਦਲੇ ਕੀ ਦਈਏ? ਮਨ ਵਿੱਚ ਆਇਆ ਵੀ ਇਹਨੂੰ ਧਰਤੀ ਦਾ ਰਾਜ ਦੇ ਦਈਏ, ਕਿਉਂਕਿ ਸਤਿਗੁਰੂ ਤਾਂ ਜੋ ਚਾਹਣ ਦੇ ਸਕਦੇ ਆ। ਧਰਤੀ ਦਾ ਰਾਜ ਦੇਣਾ ਕਿੱਡੀ ਕੁ ਵੱਡੀ ਗੱਲ ਆ ਸਤਿਗੁਰੂ ਲਈ। ਭਾਈ ਦਇਆ ਸਿੰਘ ਨੂੰ ਕਿਹਾ ਸੀ, ਦਇਆ ਸਿੰਘ ਦੱਸੋ ਹੁਣ ਔਰੰਗਜ਼ੇਬ ਨੂੰ ਜੰਗ ਵਿੱਚ ਮਾਰੀਏ ਕਲਮ ਦੇ ਨਾਲ ਮਾਰ ਦਈਏ? ਭਾਈ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਜੰਗ ਬੜੇ ਹੋ ਗਏ ਆ, ਹੁਣ ਕਿਰਪਾ ਕਰੋ ਸ਼ਬਦ ਨਾਲ ਕਲਮ ਦੇ ਵਾਰ ਨਾਲ ਹੀ ਮਾਰ ਦਿਓ। ਮਹਾਰਾਜ ਨੇ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਮਾਰਿਆ। ਜਫਰਨਾਮਾ ਪੜ੍ਹ ਕੇ ਹੀ ਔਰੰਗਜ਼ੇਬ ਦੀ ਮ੍ਰਿਤੂ ਹੋਈ। ਤੇ ਫਿਰ ਔਰੰਗਜ਼ੇਬ ਦੀ ਥਾਂ ਤੇ ਔਰੰਗਜ਼ੇਬ ਦੇ 2 ਪੁੱਤਰਾਂ ਵਿੱਚ ਜੰਗ ਹੋਇਆ ਤੇ ਮਹਾਰਾਜ ਨੇ ਬਹਾਦਰ ਸ਼ਾਹ ਦੀ ਮਦਦ ਕਰਕੇ ਕਲੰਗੀਆਂ ਵਾਲੇ ਨੇ ਉਹਨੂੰ ਰਾਜ ਦਿੱਤਾ। ਇਹ ਵੀ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਵੀ ਬਹਾਦਰ ਸ਼ਾਹ ਜਿਹੜਾ ਸੀ ਪਿਛਲੇ ਜਨਮ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਧੋਬੀ ਸੀ ਤੇ ਇੱਥੇ ਹਰਮੰਦਰ ਸਾਹਿਬ ਸਰੋਵਰ ਦੀ ਕਾਰ ਸੇਵਾ ਵਿੱਚ ਇੱਕ ਦਿਹਾੜੀ ਬਿਨਾਂ ਪੈਸੇ ਲਏ ਉਹਨੇ ਸੇਵਾ ਕੀਤੀ ਸੀ, ਜਿਸ ਕਰਕੇ ਉਹਦਾ ਅਗਲਾ ਜਨਮ ਬਾਦਸ਼ਾਹ ਵਾਲਾ ਹੋਇਆ। ਏਡੀ ਵੱਡੀ ਬਖਸ਼ਿਸ਼ ਗੁਰੂ ਚਾਹਵੇ ਕੀ ਨਹੀਂ ਕਰ ਸਕਦਾ। ਗੁਰੂ ਜੀ ਨੇ ਬਾਦਸ਼ਾਹ ਬਣਾਇਆ। ਭਾਈ ਮਾਨ ਸਿੰਘ ਨੂੰ ਕਿਹਾ ਸੀ ਨਾ ਮੁਕਤਸਰ, ਮਾਂ ਸਿਆਂ ਜੇ ਕਵੇਂ ਧਰਤੀ ਦਾ ਰਾਜ ਦੇ ਦਈਏ, ਜੇ ਕਵੇਂ ਸਵਰਗ ਦਾ ਰਾਜ ਦੇ ਦਈਏ। ਇੱਥੇ ਵੀ ਵਿਚਾਰ ਰਹੇ ਆ ਵੀ ਸਿੱਖ ਨੂੰ ਕੀ ਦਈਏ। ਧਰਤੀ ਰਾਜੇ ਰਾਜ ਦਿੰਨੇ ਆ, ਇਹ ਬਿਨਸਨਹਾਰ ਹੈ। ਫਿਰ ਵਿਚਾਰਿਆ ਸਵਰਗ ਦਾ ਰਾਜ ਦੇ ਦਈਏ, ਇੰਦਰਪੁਰੀ ਦੇ ਦਈਏ, ਬ੍ਰਹਮਪੁਰੀ ਦੇ ਦਈਏ। ਫਿਰ ਵਿਚਾਰਿਆ ਵੀ ਇਹ ਤਾਂ ਸਭ ਬਿਨਸਨਹਾਰ ਹੈ। ਇਹਨੇ ਸਿੱਖ ਪੜ੍ਹਦਾ ਪੜ੍ਹਦਾ ਜਤ ਪਹਾਰਾ ਤੀਰਥ ਸੁਨਿਆਰ ਅਹਰਨ ਮਤ ਵੇਦ ਹਥਿਆਰ, ਇਹ ਪੌੜੀ ਪੜ੍ਹ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਵਿਚਾਰਦਿਆਂ ਵਿਚਾਰਦਿਆਂ ਵਿਚਾਰਨ ਲੱਗੇ ਵੀ ਸਭ ਕੁਝ ਨਾਸ਼ਵਾਨ ਹੈ। ਇਹ ਗੁਰਬਾਣੀ ਦੇ ਸੇਵਾ ਫਲ ਤਾਂ ਕੇਵਲ ਤੇ ਕੇਵਲ ਗੁਰਤਾ ਗੱਦੀ ਹੈ ਗੁਰੂ ਨਾਨਕ ਦੀ, ਇਹ ਨਹੀਂ ਬਿਨਸਨਹਾਰ ਹੈ ਧਰਤੀ ਤੇ। ਇਸ ਲਈ ਜਪਜੀ ਸਾਹਿਬ ਦੇ ਪਾਠ ਦਾ ਫਲ ਇਹ ਸਿੱਖ ਨੂੰ ਮਹਾਰਾਜ ਨੇ ਵਿਚਾਰਿਆ ਵੀ ਅਸੀਂ ਆਪਣੀ ਥਾਂ ਤੇ 7ਵਾਂ ਗੁਰੂ ਥਾਪ ਦਿੰਨੇ ਆ। ਦੇਖੋ ਕੈਸੀ ਬਖਸ਼ਿਸ਼। ਇੱਕ ਜਪਜੀ ਸਾਹਿਬ ਦਾ ਫਲ ਗੁਰਤਾ ਗੱਦੀ, ਕਿੱਡੀ ਬਖਸ਼ਿਸ਼। ਬਾਣੀ ਦਾ ਕਿੱਡਾ ਫਲ ਹੈ, ਕਿੱਡਾ ਮਹੱਤਵ ਹੈ। ਜੇ ਕੋਈ ਸਿੱਖ ਸੁੱਧ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਜਵਾਨੀ ਕਰਦਾ, ਸਾਡੀ ਸਾਰੀ ਉਮਰ ਲੰਘ ਜਾਂਦੀ ਹੈ, ਜਪਜੀ ਸਾਹਿਬ ਦਾ ਪਾਠ ਨਹੀਂ ਯਾਦ ਹੁੰਦਾ। ਜਿਨ੍ਹਾਂ ਦੇ ਯਾਦ ਆ ਭਾਗਾਂ ਵਾਲੇ ਆ, ਜਿਨ੍ਹਾਂ ਦੇ ਨਹੀਂ ਯਾਦ ਗੁਰਸਿੱਖੋ, ਮੈਂ ਤਕਰੀਬਨ ਹਰ ਥਾਂ ਬੇਨਤੀ ਕਰਦਾ, ਇੱਕ ਇੱਕ ਪੌੜੀ ਕਰਕੇ ਜੇ ਆਪਾਂ ਰੋਜ਼ ਯਾਦ ਕਰੀਏ 40 ਦਿਨਾਂ 'ਚ ਯਾਦ ਹੋ ਜਾਣਾ ਹੈ। ਇੱਕ ਪੌੜੀ ਯਾਦ ਕਰਨੀ ਕਿੱਡੀ ਔਖੀ ਹੈ। ਜੇ ਪੌੜੀ ਨਹੀਂ ਯਾਦ ਕਰ ਸਕਦੇ, ਇੱਕ ਇੱਕ ਤੁਕ ਕਰਕੇ ਯਾਦ ਕਰ ਲਈਏ, 4-5 ਮਹੀਨਿਆਂ ਦੇ ਵਿੱਚ ਪੂਰਾ ਜਪਜੀ ਸਾਹਿਬ ਯਾਦ ਹੋ ਜਾਊ, ਇੱਕ ਇੱਕ ਤੁਕ ਕਰਕੇ। ਬਚਨ ਆਉਂਦਾ, ਸਿੱਖ ਗੁਰੂ ਕਾ ਹੋਏ ਗਇਓ ਜਪਜੀ ਕੰਠ ਨ ਕੇਨ, ਤੰਦੁਲ ਬਿਨ ਤੁਖ ਕੇ ਕਾਮ ਕੇ ਤੈਸੇ ਸਿੱਖ ਕੋ ਚੀਨ। ਕਹਿੰਦੇ ਸਿੱਖ ਗੁਰੂ ਦਾ ਹੋ ਗਿਆ, ਜਪਜੀ ਯਾਦ ਨਹੀਂ ਕੀਤਾ, ਉਹ ਸਿੱਖ ਤਾਂ ਇਉਂ ਆ ਜਿਹਦੇ ਜਪਜੀ ਯਾਦ ਨਹੀਂ, ਜਿਵੇਂ ਕੱਲਾ ਫੂਸ ਆ ਵਿੱਚ ਦਾਣਾ ਤਾਂ ਹੈ ਹੀ ਨਹੀਂ, ਕੱਲਾ ਲਿਬਾਸ ਹੀ ਆ, ਤੋਥਾ ਹੀ ਆ, ਵਿਖਾਵਾ ਹੀ ਆ, ਜਪਜੀ ਤਾਂ ਯਾਦ ਹੀ ਨਹੀਂ। ਜਿਨ੍ਹਾਂ ਦੇ ਜਪਜੀ ਯਾਦ ਨਹੀਂ ਉਹ ਅੱਜ ਤੋਂ ਪੜ੍ਹਨ ਕਰੋ, ਭਾਵੇਂ ਇੱਕ ਇੱਕ ਤੁਕ ਕਰਕੇ, ਭਾਵੇਂ ਸੁਣ ਕੇ, ਭਾਵੇਂ ਪੜ੍ਹ ਕੇ, ਭਾਵੇਂ ਇੱਕ ਇੱਕ ਪੌੜੀ ਕਰਕੇ ਜਪਜੀ ਸਾਹਿਬ ਜ਼ਰੂਰ ਯਾਦ ਕਰਨਾ ਹੈ। ਸਤਿਗੁਰੂ ਜੀ ਇਹ ਵਿਚਾਰ ਕੇ ਵੀ ਸਿੱਖ ਨੂੰ ਗੁਰਤਾ ਗੱਦੀ ਦੇ ਦਈਏ। ਮਹਾਰਾਜ ਉੱਠਣ ਲੱਗੇ ਆ, ਉੱਠਦਿਆਂ ਮਹਾਰਾਜ ਨੇ ਸੱਜਾ ਗੋਡਾ ਉੱਪਰ ਉਠਾਇਆ, ਉੱਠਣ ਹੀ ਲੱਗੇ ਆ। ਇਹਨੇ ਸਿੱਖ ਸ਼ਲੋਕ ਪੜ੍ਹ ਰਿਹਾ,
ਮਨ ਵਿੱਚ ਆ ਗਿਆ ਸਿੱਖ ਦੇ ਮਨਾ, ਗੁਰੂ ਸਾਹਿਬ ਤਾਂ ਕਹਿੰਦੇ ਸੀ ਸੁੱਧ ਜਪਜੀ ਸਾਹਿਬ ਸੁਣਾਏਗਾ, ਜੋ ਮੰਗੇਗਾ ਉਹ ਮਿਲੇਗਾ। ਗੁਰੂ ਸਾਹਿਬ ਤਾਂ ਫਲ ਦਿੱਤੇ ਤੋਂ ਪਹਿਲਾਂ ਹੀ ਉੱਠ ਚੱਲੇ ਆ। ਮਨ 'ਚ ਆ ਗਿਆ ਵੀ ਜੇ ਹੋਵੇ ਨਾ ਤਾਂ ਇੱਕ ਸਿੱਖ ਨੇ ਕਾਬਲ ਦੇ 5 ਘੋੜੇ, ਜਿਸ ਘੋੜੇ ਦੇ ਇਕੱਲੇ ਇਕੱਲੇ ਘੋੜੇ ਦੀ ਸਵਾ ਲੱਖ ਕੀਮਤ ਹੈ, ਉਹਨਾਂ ਸਮਿਆਂ 'ਚ 1.25 ਲੱਖ, ਜਦੋਂ 1 ਰੁਪਏ ਦਾ 1.25 ਸੇਰ ਘਿਓ ਆ ਜਾਂਦਾ ਸੀ, ਜਦੋਂ ਇੰਨੀ ਰੁਪਏ ਦੀ ਕੀਮਤ ਸੀ, ਉਦੋਂ 1.25 ਲੱਖ ਦੀ ਕੀਮਤ ਦਾ ਘੋੜਾ। ਤੇ ਫਿਰ ਘੋੜੇ ਤੇ ਜਿਹੜੀ ਕਾਠੀ ਉਹ ਵੀ 1.25 ਲੱਖ ਦੀ ਸਿਉਨੇ ਦੀ। 5 ਘੋੜੇ ਸੀ, 5 ਘੋੜਿਆਂ ਦੇ ਕਾਠੀਆਂ ਵੀ ਸਿਉਨੇ ਦੀਆਂ 1.25 ਲੱਖ ਵਾਲੀਆਂ। ਮਨ ਵਿੱਚ ਵਿਚਾਰ ਆਈ ਵੀ ਮਨਾ, ਇੱਕ ਘੋੜਾ ਤਾਂ ਕਾਠੀ ਸਮੇਤ ਮਹਾਰਾਜ ਨੇ ਆਪ ਰੱਖਿਆ, ਇੱਕ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਹੈ, ਇੱਕ ਬਾਬਾ ਬਿਧੀ ਚੰਦ ਜੀ ਨੂੰ ਦਿੱਤਾ ਹੈ, ਚੌਥਾ ਪੈਂਦੇ ਖਾਂ ਨੂੰ ਦਿੱਤਾ ਹੈ, 5ਵਾਂ ਘੋੜਾ ਤਵੇਲੇ 'ਚ ਖੜਾ ਹੈ, ਉਹਦੀ ਕਾਠੀ ਵੀ ਉੱਥੇ ਹੀ ਹੈ। ਜੇ ਮਹਾਰਾਜ ਖੁਸ਼ ਹੋਣ ਤੇ ਮੈਨੂੰ ਘੋੜਾ ਕਾਠੀ ਸਮੇਤ ਦੇ ਦੇਣ। ਮਹਾਰਾਜ ਉੱਠਦਿਆਂ ਉੱਠਦਿਆਂ ਬਹਿ ਗਏ, ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ ਹਰ ਹਿਰਦੇ ਦੀ ਜਾਣਦੇ ਆ। ਜਦੋਂ ਸਿੱਖ ਨੇ ਜਿਨੇ ਨਾਮ ਧਿਆਇਆ, ਗਏ ਮਸਕਤ ਘਾਲ, ਨਾਨਕ ਤੇ ਮੁਖੁਜਲੇ, ਕੇਤੀ ਛੁੱਟੀ ਨਾਲ ਕਹਿ ਕੇ ਫਤਿਹ ਬੁਲਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾ ਤੈਨੂੰ ਮੰਗਣਾ ਨਹੀਂ ਆਇਆ, ਤੈਨੂੰ ਮੰਗਣ ਦੀ ਜਾਚ ਨਹੀਂ ਹੈ, ਤੈਨੂੰ ਮੰਗਣ ਦੀ ਮੱਤ ਨਹੀਂ ਹੈ। ਜੇ ਤੂੰ ਨਾ ਮੰਗਦਾ, ਅਸੀਂ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ 7ਵਾਂ ਵਾਰਸ ਬਣਾ ਰਹੇ ਸੀ, ਤੈਨੂੰ 7ਵਾਂ ਗੁਰੂ ਥਾਪ ਰਹੇ ਸੀ ਆਪਣੀ ਥਾਂ ਤੇ, ਆਪਣੀ ਜੋਤ ਤੇਰੇ ਅੰਦਰ ਟਿਕਾ ਰਹੇ ਸੀ, ਆਪਣੀ ਥਾਂ ਤੈਨੂੰ ਗੁਰੂ ਥਾਪ ਕੇ ਤੈਨੂੰ ਗੁਰਿਆਈ ਦਾ ਤਿਲਕ ਦੇ ਕੇ ਤੇਰੇ ਅੱਗੇ ਮੱਥਾ ਟੇਕਣਾ ਸੀ ਤੇ ਸਿੱਖਾਂ ਤੋਂ ਟਿਕਾਉਣਾ ਸੀ। ਪਰ ਇਹ ਧੁਰੋਂ ਬਖਸ਼ਿਸ਼ ਹੈ, ਜਿਹਦੇ ਨਾਮ ਦੀ ਹੁੰਡੀ ਹੈ ਗੁਰਿਆਈ, ਇਹ ਉਸੇ ਨੂੰ ਮਿਲਦੀ ਹੈ, ਤੇਰੇ ਭਾਗਾਂ ਵਿੱਚ ਨਹੀਂ ਸੀ। ਕਿੱਥੇ ਗੁਰਿਆਈ, ਕਿੱਥੇ ਘੋੜਾ। ਤੂੰ ਘੋੜਾ ਮੰਗ ਲਿਆ, ਕਾਠੀ ਮੰਗ ਲਈ। ਮਹਾਰਾਜ ਨੇ ਘੋੜਾ ਤੇ ਕਾਠੀ ਉਸੇ ਵੇਲੇ ਮੰਗਾਈ। 1.25 ਲੱਖ ਦਾ ਘੋੜਾ, 1.25 ਲੱਖ ਦੀ ਕਾਠੀ, ਜੋ ਸਿੱਖ ਨੇ ਮੰਗਿਆ ਮਹਾਰਾਜ ਨੇ ਦਿੱਤੇ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਤਾਂ ਐਸੀ ਦਾਤ ਮੰਗ ਲਈ ਹੈ, ਜਾ ਸਿੱਖਾ ਤੈਨੂੰ ਮੁਕਤ ਕੀਤਾ। ਕੱਲਾ ਤੈਨੂੰ ਮੁਕਤ ਨਹੀਂ ਕੀਤਾ, ਕੇਤੀ ਛੁੱਟੀ ਨਾਲ ਤੇਰੀਆਂ 21 ਕੁਲਾਂ ਮੁਕਤ ਕੀਤੀਆਂ। ਗੁਰੂ ਐਸਾ ਦਿਆਲੂ, ਗੁਰੂ ਐਸਾ ਦਿਆਲੂ, ਜੇ ਸਿੱਖ ਨੇ ਘੱਟ ਮੰਗ ਵੀ ਲਿਆ ਤਾਂ ਗੁਰੂ ਨੇ ਬਖਸ਼ਿਸ਼ ਕਰਕੇ ਉਹਨੂੰ ਵੀ ਮੁਕਤ ਕੀਤਾ ਤੇ ਉਹਦੀਆਂ 21 ਕੁਲਾਂ ਵੀ ਤਾਰ ਦਿੱਤੀਆਂ। ਹੁਣ ਅਸੀਂ ਮੰਗਦੇ ਹਾਂ ਗੁਰੂ ਕੋਲੋਂ ਘੋੜਾ, ਕਾਠੀ, ਸਵਾਰੀ ਮੰਗ ਲੈਂਦੇ ਹਾਂ, ਮਕਾਨ ਮੰਗ ਲੈਂਦੇ ਹਾਂ, ਪਰ ਗੁਰੂ ਸਾਨੂੰ ਦੇਣੀ ਚਾਹੁੰਦਾ ਮੁਕਤੀ, ਆਪਣੇ ਸਰੂਪ ਦੀ ਅਭੇਦਤਾ, ਸੱਚਖੰਡ ਦੇ ਵਿੱਚ ਆਪਣੇ ਬਰਾਬਰ ਥਾਂ, ਉਹ ਛੱਡ ਕੇ ਅਸੀਂ ਮੰਗਦੇ ਕੁਝ ਹੋਰ। ਮਹਾਰਾਜ ਸਾਨੂੰ ਅੱਜ ਦੱਸਦੇ ਆ ਸ਼ਬਦ ਦੁਆਰਾ, ਮੰਗਣਾ ਕੀ ਹੈ। ਆਓ ਸਤਿਗੁਰੂ ਕਿਰਪਾ ਕਰਨ, ਸਾਰੀ ਸੰਗਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ, ਘਰ ਚੌਥਾ। ਧਨਾਸਰੀ ਰਾਗ ਅੰਦਰ ਤੀਸਰੇ ਗੁਰਦੇਵ ਪਰਮ ਕਿਰਪਾਲੂ, ਪਰਮ ਦਿਆਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਸ਼ਬਦ ਚੌਥੇ ਘਰ ਸੁਰਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਇਣ ਦਾ ਆਦੇਸ਼ ਦਿੰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰਦੇ ਆ। ਇੱਕ ਅਦਵੈਤ ਸਰੂਪ ਓੰਕਾਰ ਸਰਬ ਦਾ ਪ੍ਰਕਾਸ਼ਕ, ਸਤ ਦਾ ਭਾਵ ਨਾਸ ਤੋਂ ਰਹਿਤ,
ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਐਸਾ ਜੋ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਹਮ ਭੀਖਕ ਭਿਖਾਰੀ ਤੇਰੇ। ਹੇ ਵਾਹਿਗੁਰੂ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਦਰ ਤੇ ਭਿਖਿਆ ਮੰਗਣ ਵਾਲੇ ਹਾਂ। ਤੂੰ ਨਿਜ ਪਤ ਹੈ ਦਾਤਾ। ਹੇ ਵਾਹਿਗੁਰੂ ਜੀ, ਤੂੰ ਦਾਤਾ ਹੈ, ਤੂੰ ਦਾਤਾ ਦਾਨ ਮਤ ਪੂਰਾ। ਹੇ ਵਾਹਿਗੁਰੂ, ਦਾਨ ਦੇਣ ਦੀ ਮਤ ਵਿੱਚ ਤੂੰ ਪੂਰਾ ਹੈ। ਤੂੰ ਨਿਜ ਪਤ ਕਹੀਏ ਹੈ ਵਾਹਿਗੁਰੂ ਜੀ, ਆਪਣੇ ਆਪ ਦਾ ਤੂੰ ਹੀ ਮਾਲਕ ਹੈ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ। ਹੇ ਵਾਹਿਗੁਰੂ ਜੀ, ਦਇਆ ਕਰੋ ਮੇਰੇ ਤੇ, ਮੈਨੂੰ ਨਾਮ ਦੀ ਦਾਤ ਦੇ ਦਿਓ। ਮੈਂ ਨਾਮ ਮੰਗਦਾ ਤੁਹਾਡੇ ਕੋਲ। ਮੈਂ ਕਿਆ ਮੰਗੋ, ਕਿਛ ਥਿਰ ਨ ਰਹਾਈ। ਹੋਰ ਸੰਸਾਰ ਦਾ ਜੋ ਵੀ ਮੰਗਦੇ ਆ ਉਹ ਸਦਾ ਨਹੀਂ ਰਹਿੰਦਾ, ਉਹ ਬਿਨਸਨਹਾਰ ਹੈ। ਇਸ ਲਈ ਹੈ ਵਾਹਿਗੁਰੂ ਜੀ, ਇੱਕ ਦੀਜਾ ਹਰ ਦੀਜਾ ਨਾਮ ਪਿਆਰੀ ਜੀਓ। ਕਿਰਪਾ ਕਰੋ, ਮੈਂ ਤੁਹਾਥੋਂ ਨਾਮ ਮੰਗਦਾ ਤੁਹਾਡਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਹਮੇਸ਼ਾ ਰਹਿੰਦਾ ਹੈ, ਨਾਮ ਜਪਣ ਵਾਲੇ ਦਾ ਨਾਮ ਰਹਿੰਦਾ ਹੈ। ਭਗਤ ਕਬੀਰ ਜੀ ਦੇ ਸਮੇਂ ਸਤਿਗੁਰੂ ਜੀ ਨੇ ਪੁੱਛਿਆ ਸੀ, ਸਿੱਖੋ ਭਗਤ ਕਬੀਰ ਜੀ ਦੇ ਸਮੇਂ ਕਿਹੜਾ ਬਾਦਸ਼ਾਹ ਹੋਇਆ? ਕਹਿੰਦੇ ਮਹਾਰਾਜ ਨਹੀਂ ਪਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਰੀਦ ਜੀ ਦੇ ਸਮੇਂ? ਕਹਿੰਦੇ ਜੀ ਨਹੀਂ ਪਤਾ। ਮਹਾਰਾਜ ਕਹਿੰਦੇ ਵੇਖੋ ਵੱਡੇ ਵੱਡੇ ਬਾਦਸ਼ਾਹ ਹੋਏ ਉਦੋਂ, ਵੱਡੇ ਵੱਡੇ ਉਸ ਵੇਲੇ ਵਿਦਵਾਨ ਹੋਏ, ਵੱਡੇ ਵੱਡੇ ਧਨਾਢ ਹੋਏ, ਜ਼ਿਮੀਂਦਾਰ ਹੋਏ, ਕਿਸੇ ਦਾ ਨਾਮ ਕੋਈ ਨਹੀਂ ਜਾਣਦਾ, ਪਰ ਆ ਭਗਤਾਂ ਦਾ ਨਾਮ ਜਾਣਦੇ ਆ, ਕਿਉਂਕਿ ਇਹਨਾਂ ਨੇ ਨਾਮ ਜਪਿਆ। ਜਿਹਨੇ ਨਾਮ ਜਪਿਆ ਉਹ ਸਦਾ ਰਹਿੰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਤਾਂ ਇੱਥੋਂ ਨਾਮ ਮੰਗਦੇ ਆ। ਸਦਾ ਰਹੋ ਰੰਗ ਰਾਤਾ। ਇਹ ਵੀ ਕਿਰਪਾ ਕਰੋ ਤੇਰੇ ਨਾਮ ਦੇ ਰੰਗ ਵਿੱਚ, ਨਾਮ ਦੇ ਪ੍ਰੇਮ ਵਿੱਚ ਰੰਗੇ ਰਹੀਏ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟਹੁ। ਹੇ ਵਾਹਿਗੁਰੂ ਜੀ, ਮੈਂ ਤੇਰੇ ਨਾਮ ਤੋਂ ਸਦਾ ਸਦਾ ਕੁਰਬਾਨ ਜਾਨਾ, ਬਲਿਹਾਰ ਜਾਨਾ। ਹਉ ਬਲਿਹਾਰੈ ਜਾਉ, ਸਾਚੇ ਤੇਰੇ ਨਾਮ ਬਿਟੋ। ਬਿਟੋ ਤੋਂ ਅਰਥ ਹੈ ਤੋਂ, ਅਥਵਾ ਹੇ ਵਾਹਿਗੁਰੂ ਤੇਰੇ ਨਾਮ ਤੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ, ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹਉ ਕੁਰਬਾਨਾ ਜਾਉ ਤਿਨਾ ਕਾ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਾ ਹਉ ਸਦ ਕੁਰਬਾਨਾ ਜਾਉ। ਮਹਾਰਾਜ ਕਹਿੰਦੇ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੈ, ਜੀ ਕਹੁ ਨਾਨਕ ਕੀ ਅਰਦਾਸ। ਐਸਿਆਂ ਦੀ ਤਾਂ ਧੂੜ ਮੰਗੀ ਆ। ਮਹਾਰਾਜ ਕਹਿੰਦੇ ਤੇਰੇ ਨਾਮ ਤੋਂ ਕੁਰਬਾਨ ਜਾਣੇ ਆ। ਕਾਰਨ ਕਾਰਨ ਸਭਨਾ ਕਾ ਏਕੋ। ਇਹ ਵਾਹਿਗੁਰੂ ਜੀ, ਸਭ ਕੁਝ ਤੇਰਾ ਕੀਤਾ ਹੀ ਹੁੰਦਾ, ਕੀਤਾ ਕਰਨਾ ਸਰਬ ਰਜਾਏ। ਕਿਸ ਕੀਤਾ? ਜੇ ਕਰ ਸਕੀਐ। ਜੋ ਕੁਝ ਹੋ ਰਿਹਾ ਉਹ ਸਭ ਕੁਝ ਦਾ ਕਾਰਨ ਤੂੰ ਹੀ ਆ। ਕਾਰਨ ਪੈਦਾ ਕਰਨ ਵਾਲਾ ਵੀ ਤੂੰ ਆ, ਕਾਰਨ ਰੂਪ ਵੀ ਤੂੰ ਹੀ ਹੈ। ਅਵਰ ਨਾ ਦੂਜਾ ਕੋਈ, ਤੈਥੋਂ ਬਿਨਾ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੈਥੋਂ ਬਿਨਾ ਹੋਰ ਕੋਈ ਕਰਤਾਰ ਮਾਲਕ ਨਹੀਂ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਬਹੁਤੇ ਫੇਰ ਪਏ ਕਿਰਪਨ ਕਉ। ਵਾਹਿਗੁਰੂ ਜੀ ਸਾਨੂੰ ਕਰਮਾਂ ਕਰਕੇ ਬਹੁਤ ਜਨਮ ਹੋ ਗਏ ਆ ਵਿਛੜਿਆ ਹੋਇਆ। हे ਵਾਹਿਗੁਰੂ ਜੀ, ਹਮ ਸਰ ਦੀਨ ਦਇਆਲ ਨਥ ਤੁਮ ਸਰ, ਅਬ ਪਤੀ ਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹਉ ਬਲਿਹਾਰੈ ਜਾਉ, ਸਾਚੇ ਤੇਰੇ ਨਾਮ ਬਿਟੋ। हे ਵਾਹਿਗੁਰੂ ਜੀ, ਅਸੀਂ ਤੈਥੋਂ ਵਿਛੜੇ ਹੋਏ ਹਾਂ, ਤੇਰੇ ਦਰ ਦੇ ਦੀਨ ਭਿਖਾਰੀ ਹਾਂ। ਬਹੁਤ ਜੂਨਾਂ ਹੋ ਗਈਆਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਮਹਾਰਾਜ ਕਿਰਪਾ ਕਰੋ, ਅਬ ਕਿਛ ਕਿਰਪਾ ਕੀਜੈ। ਹੁਣ ਮਹਾਰਾਜ ਆਪਣੇ ਨਾਲ ਮੇਲ ਲਓ, ਮੇਲ ਲਿਓ ਦਇਆਲ। ਢਹਿ ਪਏ ਦੁਆਰਿਆ, ਹੁਣ ਤੁਹਾਡੇ ਦੁਆਰ ਤੇ ਮਹਾਰਾਜ ਢਹਿ ਪਏ ਆ। ਉਹ
ਦਇਆਲ ਦਰਸ਼ਨ ਦੇਹੁ ਆਪਣਾ। ਪਹਿਲੇ ਪਦੇ ਵਿੱਚ ਨਾਮ ਮੰਗਿਆ ਸੀ, ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ। ਹੁਣ ਦੂਸਰੇ ਪਦੇ ਵਿੱਚ ਮਹਾਰਾਜ ਕਹਿੰਦੇ ਹੋ ਦਇਆਲ ਦਰਸ਼ਨ ਦੇਹੁ ਆਪਣਾ। ਪਹਿਲਾਂ ਜਦੋਂ ਨਾਮ ਮਿਲ ਗਿਆ, ਨਾਮ ਦੀ ਪ੍ਰਾਪਤੀ ਹੋ ਗਈ, ਫਿਰ ਦਰਸ਼ਨਾਂ ਦੀ ਪਿਆਸ ਜਾਗਦੀ ਹੈ। ਮੇਰਾ ਮਨ ਲੋਚਾ ਹੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ ਆਪਣੇ ਦਰਸ਼ਨ ਬਖਸ਼, ਐਸੀ ਬਖਸ਼ ਕਰੀਜੈ। ਐਸੀ ਕਿਰਪਾ ਕਰੋ ਮਹਾਰਾਜ, ਭਾਵੇਂ ਤੁਹਾਡੇ ਸਰਵਣ ਦਰਸ਼ਨ ਹੋ ਜਾਣ, ਭਾਵੇਂ ਚਿੱਤਰ ਦਰਸ਼ਨ ਹੋ ਜਾਣ, ਭਾਵੇਂ ਹੇ ਵਾਹਿਗੁਰੂ ਜੀ ਸਵਪਨ ਦਰਸ਼ਨ ਹੋ ਜਾਣ, ਭਾਵੇਂ ਪ੍ਰਤੱਖ ਦਰਸ਼ਨ ਹੋ ਜਾਣ, ਐਸੀ ਕਿਰਪਾ ਕਰੋ। ਭਨਤ ਨਾਨਕ ਭਰਮ ਪਟ ਖੂਲੇ। ਸਤਿਗੁਰੂ ਜੀ ਫਰਮਾਉਂਦੇ ਆ, ਭਰਮ ਪਟ ਖੂਲੇ। ਜਿਹੜੇ 5 ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਚ ਹੈ, ਪੰਚੋ ਭਰਮ ਸੰਸਾਰ। ਇਹ ਸੰਸਾਰ ਦੇ ਵਿੱਚ 5 ਤਰ੍ਹਾਂ ਦਾ ਭਰਮ ਮੰਨੇ ਆ। ਮਨੁੱਖ ਨੂੰ ਭਰਮ ਪਿਆ ਹੋਇਆ, ਭੁਲੇਖਾ ਪਿਆ ਹੋਇਆ। ਭਰਮ ਕੀ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਭਗਤ ਜੀ ਕਹਿੰਦੇ ਅਸੀਂ ਜੋ ਮੰਨਿਆ ਹੋਇਆ ਅਸਲ ਵਿੱਚ ਹੈ ਨਹੀਂ ਹੈ। ਅਸੀਂ ਸੰਸਾਰ ਨੂੰ ਸੱਚ ਮੰਨਿਆ, ਭਰਮ ਪਿਆ ਹੋਇਆ। ਹੋਏ ਮਹਾਰਾਜ ਦੇ ਦਰਸ਼ਨ ਜਦੋਂ ਹੋ ਗਏ ਨਾਮ ਦੁਆਰਾ, ਤਾਂ ਭਰਮ ਦੇ ਪਰਦੇ ਖੁੱਲ ਗਏ। ਗੁਰ ਪ੍ਰਸਾਦੀ ਜਾਣਿਆ। ਫਿਰ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਇਹ ਜਾਣ ਲਿਆ ਵੀ ਇੱਥੇ ਵਾਹਿਗੁਰੂ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ। ਇੱਥੇ ਤਾਂ ਸਭ ਮੈਂ ਜੋਤ, ਜੋਤ ਹੈ ਸੋਏ। ਇਹ ਵਾਹਿਗੁਰੂ ਦੀ ਕਿਰਪਾ ਨਾਲ ਜਾਣ ਲਿਆ। ਸਾਚੀ ਲਿਵ ਲਾਗੀ ਹੈ ਭੀਤਰ। ਫਿਰ ਐਸੀ ਕਿਰਪਾ ਹੋ ਗਈ, ਉਹ ਵਾਹਿਗੁਰੂ ਦੇ ਨਾਮ ਵਿੱਚ ਸੱਚੀ ਲਿਵ ਲੱਗ ਗਈ। ਅੰਦਰ ਸੁਰਤ ਉਹ ਵਾਹਿਗੁਰੂ ਦੇ ਨਾਮ ਵਿੱਚ ਜੁੜੀ ਹੋਈ ਹੈ। ਜਿਹੜਾ ਨਾਮੀ ਹੈ, ਜਿਸ ਦੇ ਅੰਦਰ ਨਾਮ ਗੁਰੂ ਦੀ ਕਿਰਪਾ ਨਾਲ ਚੱਲ ਪੈਂਦਾ ਹੈ, ਉਹ ਭਾਵੇਂ ਹਰ ਸਿਮਰਨ ਬਹੁ ਮਾਹੀ ਅਕੇਲਾ, ਭਾਵੇਂ ਬਹੁਤਿਆਂ ਦੇ ਵਿੱਚ ਬੈਠਾ ਹੈ, ਭਾਵੇਂ ਲੋਕ ਗੱਲਾਂ ਕਰੀ ਜਾ ਰਹੇ ਆ, ਬਹੁ ਰੰਗ ਤਮਾਸ਼ੇ ਚੱਲ ਰਹੇ ਆ, ਪਰ ਉਹ ਗੁਰਮੁਖ ਦਾ ਅੰਦਰ ਸਿਮਰਨ ਚੱਲੀ ਜਾ ਰਿਹਾ, ਉਹਦਾ ਜਾਪ ਚੱਲੀ ਜਾ ਰਿਹਾ। ਵੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ, ਪਰ ਉਹਦੇ ਅੰਦਰ ਸਿਮਰਨ ਚੱਲੀ ਜਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੀ ਲਿਵ ਅੰਦਰ ਲੱਗ ਗਈ ਆ। ਸਤਿਗੁਰ ਸਿਉ ਮਨ ਮਾਨਿਆ। ਸਤਿਗੁਰੂ ਦੇ ਵਿੱਚ ਹੁਣ ਮਨ ਮੰਨ ਗਿਆ। ਹੁਣ ਹਰ ਸਮੇਂ ਸਤਿਗੁਰੂ ਦੇ ਦਰਸ਼ਨਾਂ ਦੀ ਤਾਂਘ ਭਗਤ ਜੀ ਦੇ ਜੀਵਨ ਵਿੱਚ ਜੇਕਰ ਆਉਂਦਾ, ਭਗਤ ਜੀ ਨੂੰ, ਭਗਤ ਨਾਮਦੇਵ ਜੀ ਨੂੰ 72 ਵਾਰੀ ਪ੍ਰਤੱਖ ਦਰਸ਼ਨ ਹੋਇਆ ਸੀ। ਐਸੀ ਉਹਨਾਂ ਦੇ ਲਿਵ ਲੱਗੀ, ਐਸਾ ਸਤਿਗੁਰੂ ਵਿੱਚ ਮਨ ਮੰਨਿਆ, ਸਤਿਗੁਰੂ ਦੇ ਨਾਮ ਵਿੱਚ ਹੀ ਲਿਵ ਲੱਗੀ ਰਹਿੰਦੀ ਆ। ਇਹ ਪਾਵਨ ਸ਼ਬਦ ਸਤਿਗੁਰੂ ਜੀ ਨੇ ਮਖਸੂਸ ਕੀਤਾ। ਲੜੀਵਾਰ ਵਿਚਾਰ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰੁੱਤੀ ਬਾਣੀ ਉਚਾਰੀ ਆ। ਇਹ ਰੁੱਤੀ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 6 ਰੁੱਤਾਂ ਦਾ ਜ਼ਿਕਰ ਕੀਤਾ, ਕਿਉਂਕਿ ਸਾਲ ਦੇ ਵਿੱਚ ਦੇਸੀ ਮਹੀਨਿਆਂ ਦੇ ਅਨੁਸਾਰ 6 ਰੁੱਤਾਂ ਨੇ। ਗਰੀਖਮ ਰੁੱਤ, ਸਰਦੀ ਰੁੱਤ ਆਦਿਕ ਇੱਕ ਮਹੀਨੇ, ਵਾਹਿਗੁਰੂ 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਜਿਵੇਂ ਆ ਜਿਹੜੀ ਗਰਮੀ ਦੀ ਰੁੱਤ ਹੈ, ਜੇਠ ਤੇ ਹਾੜ ਮਹੀਨੇ 2 ਮਹੀਨੇ ਗਰਮੀ ਦੀ ਰੁੱਤ ਹੈ, ਇਹਨੂੰ ਗਰੀਖਮ ਰੁੱਤ ਕਹਿੰਦੇ ਆ। ਇਹ ਰੁੱਤੀ ਬਾਣੀ ਉਚਾਰੀ ਹੈ। ਜਿਵੇਂ 12 ਮਾਹਾਂ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ, 7 ਵਾਰ 12 ਦਿਨਾਂ ਦਾ ਰਾਹੀਂ ਉਪਦੇਸ਼ ਦਿੱਤਾ ਹੈ, ਇਵੇਂ ਮਹਾਰਾਜ ਨੇ ਰੁੱਤੀ ਰਾਹੀਂ ਉਪਦੇਸ਼ ਦਿੱਤਾ ਹੈ। ਇਹ ਰੁੱਤੀ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਪਹਿਲਾਂ ਸ਼ਲੋਕ, ਫਿਰ ਨਾਲ ਮਹਾਰਾਜ ਨੇ ਸੰਤ ਮੰਗਲ ਰੂਪ ਵਿੱਚ ਉਚਾਰਿਆ, ਫਿਰ 6 ਸ਼ਲੋਕ 6 ਸੰਤ ਮਹਾਰਾਜ ਨੇ 6 ਰੁੱਤਾਂ ਦੇ ਪਰਥਾਏ, ਤੇ ਫਿਰ 8ਵਾਂ ਸ਼ਲੋਕ ਤੇ 8ਵਾਂ ਜਿਹੜਾ ਸੰਤ ਹੈ ਉਹ ਫਿਰ ਮੰਗਲ ਰੂਪ ਵਿੱਚ, ਅਰਦਾਸ ਰੂਪ ਵਿੱਚ ਉਚਾਰਿਆ। ਇਹ ਪਹਿਲਾ ਜਿਹੜਾ ਮੰਗਲ ਹੈ, ਜਿਸ ਦੇ ਸ਼ਲੋਕ ਦੀ ਵਿਚਾਰ ਪਿੱਛੇ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸੰਤ ਦੇ ਵਿਚਾਰ ਸਰਵਣ ਕਰੀਏ। ਸੰਤ
ਜਸ ਗਾਵੋ ਵੱਡ ਭਾਗੀ ਹੋ। ਸੰਤ ਸੰਤ ਦੀ ਚਾਲ ਦਾ ਨਾਮ ਹੈ ਮਹਾਰਾਜ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਰਾਮਕਲੀ ਰਾਗ ਵਿੱਚ, ਇਹ ਵੱਡੇ ਭਾਗਾਂ ਵਾਲੇ ਗੁਰਸਿੱਖੋ, ਵਾਹਿਗੁਰੂ ਦਾ ਜਸ ਗਾਓ, ਉਹਦੀ ਸਿਫਤ ਕਰੋ। ਗੁਣ ਗਾਵਤ ਤੇਰੀ ਉਤਰ ਸਮੈਲ, ਉਹਦਾ ਜੇ ਗੁਣ ਗਾਓਗੇ, ਸਿਫਤਾਂ ਕਰੋਗੇ, ਮਨ ਦੀ ਮੈਲ ਲੈ ਜਾਵੇਗੀ। ਕਰ ਕਿਰਪਾ ਭਗਵੰਤ ਜੀਓ। ਹੇ ਭਗਵੰਤ, ਹੇ ਭਗਵਾਨ ਪਰਮੇਸ਼ਰ ਵਾਹਿਗੁਰੂ, ਮੇਰੇ ਤੇ ਕਿਰਪਾ ਕਰ, ਤੇਰੇ ਗੁਣ ਗਾਵਾਂ, ਤੇਰੀ ਸਿਫਤ ਕਰਾਂ। ਰੁੱਤੀ ਮਾਹ ਮੂਰਤ ਕੜੀ। ਇਹ ਭਾਵੇਂ ਰੁੱਤੀ 6 ਰੁੱਤਾਂ ਨੇ, ਭਾਵੇਂ ਮਾਹਾਂ 12 ਮਹੀਨੇ ਨੇ, ਭਾਵੇਂ ਮੂਰਤ 2 ਘੜੀਆਂ ਦੀ ਇੱਕ ਮੂਰਤ ਬਣਦੀ ਹੈ, ਭਾਵੇਂ ਘੜੀ 24 ਮਿੰਟਾਂ ਦੀ ਇੱਕ ਘੜੀ ਮੰਨੀ ਹੈ। ਮਹਾਰਾਜ ਕਹਿੰਦੇ ਜਿੰਨਾ ਵੀ ਸਮਾਂ ਹੈ, ਗੁਣ ਉਚਰਤ ਸੋਭਾਵੰਤ ਜੀਓ। ਜਿਸ ਵੀ ਸਮੇਂ ਵਿੱਚ ਨਾਮ ਉਹਦਾ ਜਪਿਆ ਗਿਆ, ਉਹ ਸਮਾਂ ਸੁਹਾਵਣਾ ਹੈ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਜਿਸ ਸਮੇਂ ਵਿੱਚ ਉਹਦੀ ਨਦਰ ਹੋ ਗਈ, ਉਹਦਾ ਨਾਮ ਜਪਿਆ ਗਿਆ, ਉਹ ਸੋਭਾ ਵਾਲਾ ਸਮਾਂ। ਗੁਣ ਰੰਗ ਰਾਤੇ ਧਨ ਤੇ ਜਨ। ਉਹ ਜਨ ਧਨ ਨੇ ਜਿਹੜੇ ਉਹ ਵਾਹਿਗੁਰੂ ਦੇ ਹਰ ਸਮੇਂ ਨਾਮ ਰੰਗ ਵਿੱਚ ਰੰਗੇ ਰਹਿੰਦੇ ਆ। ਜਿਨੀ ਇੱਕ ਮਨ ਧਿਆਇਆ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆਗਾ, ਧਿਆਤਾ ਵਿਰਤੀ ਕਰਕੇ ਧਿਆਨ ਦੁਆਰਾ ਜਿਨ੍ਹਾਂ ਨੇ ਧਿਆਇਆਗਾ। ਅਸੀਂ ਕਈ ਵਾਰੀ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਪਤਾ ਹੀ ਨਹੀਂ ਲੱਗਦਾ ਵੀ ਜਪਜੀ ਸਾਹਿਬ ਪੜ੍ਹਦੇ ਹਾਂ ਸੋਦਰ ਤੋਂ ਬਾਅਦ ਰਹਿਰਾਸ ਆਰੰਭ ਹੋ ਜਾਂਦੀ, ਆਸਾ ਮਹੱਲਾ ਪਹਿਲਾ ਕਹਿ ਦਿੰਦੇ ਹਾਂ। ਕਈ ਵਾਰੀ ਰਹਿਰਾਸ ਪੜ੍ਹਦੇ ਹਾਂ, ਧਿਆਨ ਨਾ ਹੋਣ ਕਰਕੇ ਸੋਦਰ ਤੋਂ ਬਾਅਦ ਮੁੰਦਾ ਸੰਤੋਖ ਸਰੰਭਾ ਝੋਲੀ ਜਪਜੀ ਸਾਹਿਬ 'ਚ ਆ ਜਾਂਦੇ ਹਾਂ, ਕਿਉਂਕਿ ਧਿਆਨ ਨਹੀਂ ਹੁੰਦਾ। ਮੂੰਹ ਪੜ੍ਹੀ ਜਾ ਰਿਹਾ, ਧਿਆਨ ਹੈ ਨਹੀਂ। ਜੇ ਧਿਆਨ ਨਾਲ ਪੜਾਂਗੇ, ਧਿਆਨ ਨਾਲ ਸੁਣਾਂਗੇ, ਫਿਰ ਬੜੀ ਛੇਤੀ ਕਿਰਪਾ ਹੁੰਦੀ ਆ। ਇਹ ਜੁਗਤੀ ਹੈ, ਤੁਹਾਨੂੰ ਮੈਂ ਹੈ ਧਿਆਨ। ਮੁੱਖੋਂ ਜਿਹੜਾ ਬੋਲ ਰਹੇ ਆ, ਸ਼ਬਦ ਦੀ ਧੁਨੀ ਹੈ, ਉਹਨੂੰ ਕੰਨਾਂ ਨਾਲ ਸੁਣਨਾ ਹੈ। ਜਦੋਂ ਕੰਨਾਂ ਨਾਲ ਸੁਣਾਂਗੇ, ਉਹਦੇ ਵਿੱਚ ਧਿਆਨ ਚਲਿਆ ਜਾਵੇਗਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਧਿਆਨ ਰੱਖਣਾ ਹੈ। ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਇਉਂ ਧਿਆਉਂਦੇ ਹਨ, ਸਫਲ ਜਨਮ ਭਇਆ ਤਿਨ ਕਾ। ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਜਨਮ ਲਿਆ ਹੋਇਆ ਸਫਲ ਹੈਗਾ। ਆਇਆ ਸਫਲ ਤਾਹੂ ਕੋ ਗਣੀਆ, ਜਾਸ ਰਸਨ ਮੁਖ ਹਰ ਹਰ ਭਣੀਐ। ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ। ਜਿਨੀ ਸੋ ਪ੍ਰਭ ਪਾਇਆ। ਜਿਨ੍ਹਾਂ ਨੇ ਉਹ ਪ੍ਰਭੂ ਵਾਹਿਗੁਰੂ ਨੂੰ ਜੀਵਨ ਦੇ ਵਿੱਚ ਪ੍ਰਾਪਤ ਕਰ ਲਿਆ, ਜ਼ਿੰਦਗੀ ਰਹਿੰਦਿਆਂ ਉਹਨੂੰ ਪਾ ਲਿਆ ਪ੍ਰਭੂ ਨੂੰ, ਉਹਨਾਂ ਦਾ ਜਨਮ ਲੈਣਾ ਸਫਲਾ ਹੈ। ਨਹੀਂ ਤਾਂ ਇੱਥੇ ਜਨਮ ਲੈਣਾ ਬੇਅਰਥ ਹੀ ਹੈ, ਜੇ ਉਹ ਪ੍ਰਭੂ ਨੂੰ ਨਹੀਂ ਪਾਇਆ। ਹਜੇ ਬਹੁਤਿਆਂ ਨੇ ਤਾਂ ਗੁਰੂ ਹੀ ਨਹੀਂ ਧਾਰਨ ਕੀਤਾ। ਜਿਹੜੇ ਨਗੁਰੇ ਆ, ਉਹ ਭਾਈ ਗੁਰੂ ਧਾਰਨ ਕਰੀਏ। ਕਾਚਾ ਗੁਰੂ ਨਹੀਂ ਧਾਰਨ ਕਰਨਾ ਕਿਸੇ ਨੇ, ਕਾਚੇ ਗੁਰ ਤੇ ਮੁਕਤ ਨਾ ਹੁਆ। ਉਹ ਤਾਂ ਆਪ ਡੁੱਬੇ ਹੋਏ ਆ। ਪੂਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰੀਏ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਸ੍ਰੀ ਅਕਾਲ ਤਖਤ ਸਾਹਿਬ ਸਤਿਗੁਰੂ ਮਹਾਰਾਜ ਦੇ ਅਸਥਾਨਾਂ 'ਤੇ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ, ਤਖਤਾਂ 'ਤੇ, ਉੱਥੇ ਅੰਮ੍ਰਿਤ ਛਕੋ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਫਿਰ ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦਾ, ਗੁਰਬਾਣੀ ਦਾ ਅਭਿਆਸ ਕਰਕੇ ਜੀਵਨ ਰਹਿੰਦਿਆਂ ਪ੍ਰਭੂ ਦੀ ਪ੍ਰਾਪਤੀ ਕਰੋ। ਮਹਾਰਾਜ ਕਹਿੰਦੇ ਉਹਨਾਂ ਦਾ ਇਹ ਜੀਵਨ ਵਿੱਚ ਆਉਣਾ ਸਫਲ ਹੈ। ਪੁੰਨ ਦਾਨ ਨਾ ਤੁਲ ਕਿਰਿਆ। ਕਹਿੰਦੇ ਜੇ ਗੁਰੂ ਧਾਰਨ ਦੀ ਕੀ ਲੋੜ ਆ, ਪ੍ਰਭੂ ਪਾਉਣ ਦੀ ਕੀ ਲੋੜ ਆ। ਅਸੀਂ ਪੁੰਨ ਦਾਨ ਕਿਰਿਆ ਕਰਦੇ ਹਾਂ, ਪੁੰਨ ਵੀ ਕਰਦੇ ਹਾਂ, ਪੁਰਬਾਂ ਦੇ ਉੱਤੇ ਅਸੀਂ ਦਾਨ ਵੀ ਕਰਦੇ ਹਾਂ, ਤੇ ਅਸੀਂ ਯੋਗ ਦੀਆਂ ਕਿਰਿਆ ਵੀ ਕਰਦੇ ਹਾਂ। ਮਹਾਰਾਜ ਕਹਿੰਦੇ ਨਾਮ ਦੇ ਬਰਾਬਰ ਨਹੀਂ ਹਨ, ਨਾ ਤੁਲ ਕਿਰਿਆ। ਇਹ ਮਹਾਰਾਜ ਕਹਿੰਦੇ ਨਾਮ ਦੇ ਸਦਰਸ਼ ਕੁਝ ਵੀ ਨਹੀਂ ਹਨ। ਹਰ ਸਰਬ ਪਾਪਾ ਹੰਤ ਜੀਓ। ਨਾਮ ਤਾਂ ਐਸਾ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਜਿੰਨੇ ਪਾਪ ਨੇ ਘੋਰ ਦੁੱਖਿਆਂ, ਜਿੰਨੇ ਮਰਜੀ ਭਿਆਨਕ ਦੁੱਖ ਹੋਣ, ਜਨਮ ਦਰਿਦਰੰ, ਜਨਮਾਂ ਤੋਂ ਦਰਿਦਰੀ ਹੋਵੇ, ਕੰਗਾਲ ਹੋਵੇ, ਮਹਾਂ ਬਖਿਆਦੰ, ਵੱਡੇ ਝਗੜੇ ਝਮੇਲੇ ਪਏ ਹੋਣ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਮਹਾਰਾਜ ਕਹਿੰਦੇ ਜਿਵੇਂ ਇੱਕ ਚਿੰਗਾਰੀ ਜੰਗਲਾਂ ਦੇ ਜੰਗਲ ਸਾੜ ਕੇ ਸੁਆਹ ਕਰ ਦਿੰਦੀ ਹੈ, ਥੋੜਾ ਸਮਾਂ ਜਪਿਆ ਹੋਇਆ ਨਾਮ ਸਾਰੇ ਪਾਪਾਂ ਨੂੰ ਇਉਂ ਸਾੜ ਕੇ ਸੁਆਹ ਕਰ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਨਾਮ
ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਗੁਰ ਕਾ ਸ਼ਬਦ ਕਾਟਾ ਹੈ ਕੋਟ ਕਰਮ। ਬਿਨਵੰਤ ਨਾਨਕ ਸਿਮਰ ਜੀਵਾ। ਮਹਾਰਾਜ ਇੱਕ ਬੇਨਤੀ ਦੀ ਜਾਚ ਸਿਖਾਉਂਦੇ ਆ। ਮਹਾਰਾਜ ਕਹਿੰਦੇ ਅਸੀਂ ਬੇਨਤੀ ਕਰਦੇ ਆ, ਹੇ ਵਾਹਿਗੁਰੂ ਤੇਰਾ ਨਾਮ ਜਪ ਜਪੀ ਅਸੀਂ ਜੀਵਦੇ ਆ। ਜਨਮ ਮਰਨ ਰਹੰਤ ਜੀਓ। ਕਿਰਪਾ ਕਰੋ ਹੇ ਵਾਹਿਗੁਰੂ ਜੀਓ, ਮੈਨੂੰ ਜੰਮਣ ਮਰਨ ਤੋਂ ਰਹਿਤ ਕਰ ਦਿਓ, ਮੇਰਾ ਜੰਮਣ ਮਰਨ ਕੱਟ ਦਿਓ। ਇੱਥੇ ਪਹਿਲਾ ਸ਼ੰਤ ਇਸ ਰੁੱਤੀ ਬਾਣੀ ਦਾ ਸੰਪੂਰਨ ਹੋਇਆ। ਬਾਣੀ ਦੀ ਵਿਚਾਰ ਕਰਦੇ ਆ, ਅਨੰਤ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਜੀ ਸਤਿਗੁਰੂ ਦੀ ਸੰਗਤ ਬਖਸ਼ਿੰਦਾ ਬਖਸ਼ ਲੈਣਾ ਜੀ। ਪੁੰਨ ਦਾਨ ਨਾ ਤੁਲ ਕਿਰਿਆ, ਹਰ ਸਰਬ ਪਾਪਾ ਹੰਤ ਜੀਓ। ਬਿਨਵੰਤ ਨਾਨਕ ਸਿਮਰ ਜੀਵਾ, ਜਨਮ ਮਰਨ ਰਹੰਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।